जिस तरह गैट का प्रैशर बनया हुआ है, WTO का प्रैशर बनया हुआ है, तो ये एक मतलब सीरीयस इशू है। बहुत समझदारी नाल ये अंदोलन लड़न वाला अंदोलन है। इनू जितन लई सानू लंबी लड़ाई लड़न दा पहले ही असीं 6-6 महीने का राशन एवं तो नहीं लैके आए सी। सानू पहले ही पता सी भी ये लंबा चलना है। अगर केजरीवाल भी आ जाए तद भी अजिहे होर रूपां दे विच कानून बन के लोकां वास्ते लागू होणगे। सुरजीत जानी की मैं इंटरव्यू की बीते दिन उन्होंने कहना मैं तो 2 मिनट हल कर दूंगा, कहते किसान ही नहीं हल करते। अस तो 90% क्लीयर करता भी आओ तो इत्थे लिख दो की लिखना। फिर असीं सवाल किया कि तुसीं फिर रद्द क्यों नहीं करते। वो कहते रद्द करना सौखा नहीं है, कहते किसान जथेबंदियां दे आगू भी इस गल नूं समझते हैं भी रद्द करना सौखा नहीं पिया, क्योंकि कानून बन गया, उन्होंने कानून के तरीके नाल रद्द किया जा सकता है। या फिर उन्होंने किते ना किते ये डर भी हो सकता है भी कल नूं 370 वाले भी आ जाएंगे, कल नूं 3 तलाक वाले भी आ जाएंगे, कल नूं जिहड़ा है होर जिहड़े समस्यावां ने वो सारे आके दिल्ली घेर लणगे, किसानां तो उन्होंने सेध मिल जू। ਅੱਜ ਇਹਨੂੰ ਸਰਕਾਰ ਨੂੰ ਚਾਹੀਦਾ ਸੀਗਾ ਜਦੋਂ ਕਿਸਾਨ ਅੰਦੋਲਨ ਕਰ ਰਹੇ ਸੀ ਫਟਾਫਟ ਇਹਨੂੰ ਇੱਥੇ ਹੀ ਸੰਭਾਲ ਜਾਂਦੇ। ਨਹੀਂ ਸੰਭਾਲ ਸਕੇ, ਜਨ ਅੰਦੋਲਨ ਬਣ ਗਿਆ। ਜਨ ਅੰਦੋਲਨ ਬਣ ਗਿਆ, ਬਹੁਤ ਵਰਲਡ ਦੇ ਵਿੱਚ ਫੈਲ ਗਿਆ। ਅੱਜ ਹੋਰ ਇਹ ਤੇ ਅਸੀਂ ਰੋਕ ਨਹੀਂ ਸਕਦੇਗੇ। ਇਹ ਰੱਦ ਕੀਤੇ ਬਗੈਰ ਸਾਡਾ ਜੀਵਨ ਨਹੀਂ ਜਿਉ ਸਕਦੇ। ਅਸੀਂ ਲੋਕ ਰੋਟੀ ਨਹੀਂ ਖਾ ਸਕਦੇ ਕਾਨੂੰਨ ਰੱਦ ਕੀਤੇ ਬਿਨਾਂ। ਅਸੀਂ ਤਾਂ ਰੱਦ ਕਰਵਾਉਣਾ ਸਾਡੀ ਮਜਬੂਰੀ ਹੈ, ਸਾਡੀ ਲੋੜ ਹੈ। ਔਰ ਉਹ ਸਰਕਾਰ ਅੱਜ ਪਬਲਿਕ ਨੂੰ ਤਾਂ ਮਤਲਬ ਦਰਕਿਨਾਰ ਕਰਕੇ ਕਿ ਤੁਹਾਡੇ ਤੇ ਆ ਵੀ ਲਾਗੂ ਕਰਤਾ, ਤੁਹਾਡੇ ਤੇ ਆ ਵੀ ਲਾਗੂ ਕਰਤਾ, ਤੁਹਾਡੇ ਤੇ ਆ ਵੀ ਲਾਗੂ ਕਰਤਾ, ਤੁਹਾਨੂੰ ਆ ਵੀ ਕਾਨੂੰਨ ਬਣਾਦਾ, ਤੁਹਾਨੂੰ ਆ ਵੀ ਕਾਨੂੰਨ ਬਣਾਦਾ, ਤੁਸੀਂ ਰੋਟੀ ਵੀ ਨਹੀਂ ਖਾ ਸਕਦੇ, ਤੁਸੀਂ ਮਜ਼ਦੂਰ ਬਣੋ ਤੇ ਅਡਾਨੀਆਂ ਬਾਨੀਆਂ ਦੇ ਥੱਲੇ ਲੱਗੋ। ਇਹੋ ਜਿਹੇ ਕਾਨੂੰਨ ਲੈ ਕੇ ਆਏਗੀ ਸਰਕਾਰ, ਤਾਂ ਲੋਕ ਤੇ ਵਿਰੋਧ ਕਰਨਗੇ। ਤੁਸੀਂ ਇੱਕੋ ਹੀ ਰਸਤੇ ਤੇ ਤੁਰ ਪਏ ਕਿ ਦੇਸ਼ ਨੂੰ ਕਿਵੇਂ ਵੇਚਣਾ ਹੈ, ਕਿਵੇਂ ਗੁਲਾਮ ਕਰਨਾ ਹੈ, ਕਿਵੇਂ ਬਰਬਾਦ ਕਰਨਾ ਹੈ। दिल्ली की गल कर लीए, लोग हजे भी आवाजाही देखने को मिलती है। की लगता है इत्थे लोगों थोड़ी अवेयरनेस घट है या लोग किसान के नाल नहीं है? ਜਿਹੜੇ ਲੇਬਰ ਵਾਲੇ ਨੇ ਵਿਚਾਰੇ ਮਜ਼ਦੂਰ ਨੇ, ਉਹਨਾਂ ਨੂੰ ਐਂ ਲੱਗਦਾ ਗੱਲ ਵੀ ਅਸੀਂ ਜੇਕਰ ਦਿਹਾੜੀ ਨਾ ਕਰਾਂਗੇ ਤਾਂ ਸਾਨੂੰ ਰੋਜੀ ਕਿੱਥੋਂ ਖਾਵਾਂਗੇ, ਰੋਟੀ ਕਿੱਥੋਂ ਖਾਵਾਂਗੇ। ਉਹਨਾਂ ਦੇ ਮਨ ਦੀ ਇੱਕ ਪਰੇਸ਼ਾਨੀ ਜ਼ਰੂਰ ਹੁੰਦੀ ਹੈ। ਬਹੁਤ ਵਧੀਆ ਲੋਕਾਂ ਵੱਲੋਂ ਇਸ ਬੰਦ ਨੂੰ ਆਪਣੀ ਲੜਾਈ ਸਮਝ ਕੇ ਸਹਿਯੋਗ ਦਿੱਤਾ ਜਾ ਰਿਹਾ। ਬਹੁਤ ਸੋਹਣਾ ਹੁੰਗਾਰਾ ਮਿਲ ਰਿਹਾ ਹੈ। ਔਰ ਆਉਣ ਵਾਲੇ ਸਮੇਂ ਤੁਸੀਂ ਦੇਖੋਗੇ ਸ਼ਾਮ ਤੱਕ ਮਤਲਬ ਰਿਪੋਰਟਾਂ ਆ ਜਾਣਗੀਆਂ ਪੂਰੇ ਭਾਰਤ ਦੇ ਵਿੱਚ। ਬਹੁਤ ਵਧੀਆ ਬੰਦ ਦੀ ਸਫਲਤਾ ਮਿਲ ਜਾਏਗੀ। ਗੁੰਝਲਦਾਰ ਕਹਾਣੀ ਜੀ ਬਣ ਗਈ ਹੈ। ਇਹਨੂੰ ਤਾਂ ਮਤਲਬ ਫਰੋਲਣਾ ਬਹੁਤ ਜ਼ਰੂਰੀ ਹੈ ਕਿ ਕੀ ਕਾਰਨ ਹੈ, ਕਿਉਂ ਕਿਸਾਨ ਦਾ ਮਤਲਬ ਮਰਡਰ ਹੋਇਆ। ਜਿਵੇਂ ਜਿਵੇਂ ਅੰਦੋਲਨ ਫੈਲ ਰਿਹਾ ਹੈ ਬਾਹਰਲੀਆਂ ਸਟੇਟਾਂ ਵੱਲ ਨੂੰ, ਜਿਵੇਂ ਜਿਵੇਂ ਅੰਦੋਲਨ ਵੱਧ ਰਿਹਾ ਹੈ, ਉਸੇ ਤਰ੍ਹਾਂ ਸਰਕਾਰ ਨੂੰ ਅੰਦਰ ਮਤਲਬ ਫਿਕਰ ਖੜਾ ਹੋ ਰਿਹਾ ਹੈ। सो प्रधान इत्थे पहुंच चुके, गलबात करते हैं कि बंद नूं किस तरह समर्थन देखने को मिल रहा है, क्योंकि 26 तरीक नूं बंद का ऐलान कर दिता गया सी। पंजाब हरियाणा की जेकर गल कर लीए तो अच्छा जिहड़ा उत्थे लोग समर्थन दे रहे हैं, व्यापारी खुद दुकानां बंद कर रहे हैं और सोसाइटियां बना के एक दूजे तक संदेश पहुँचा रहे हैं। पर इस वक्त आपां दिल्ली दे विच दिल्ली की गल कर लीए, लोग हजे भी आवाजाही देखने को मिलती है। की लगता है इत्थे लोगों थोड़ी अवेयरनेस घट है या लोग किसान के नाल नहीं है? नहीं, ਇਹੋ ਜਿਹੀ ਗੱਲ ਨਹੀਂ ਹੈ ਕੋਈ। ਦੇਖੋ ਕੁਝ ਗੱਲਾਂ ਜਿਹੜਾ ਆਮ ਪਬਲਿਕ ਦਾ ਉਹਦੇ ਬੰਨਿਓ ਤਕਰੀਬਨ ਬੰਦ ਨੂੰ ਪੂਰਾ ਹੁੰਗਾਰਾ ਮਿਲਿਆ ਹੋਇਆ ਹੈ। ਜਿਹੜੇ ਲੇਬਰ ਵਾਲੇ ਨੇ ਵਿਚਾਰੇ ਮਜ਼ਦੂਰ ਨੇ, ਉਹਨਾਂ ਨੂੰ ਐਂ ਲੱਗਦਾ ਗੱਲ ਵੀ ਅਸੀਂ ਜੇਕਰ ਦਿਹਾੜੀ ਨਾ ਕਰਾਂਗੇ ਤਾਂ ਸਾਨੂੰ ਰੋਜੀ ਕਿੱਥੋਂ ਖਾਵਾਂਗੇ, ਰੋਟੀ ਕਿੱਥੋਂ ਖਾਵਾਂਗੇ। ਉਹਨਾਂ ਦੇ ਮਨ ਦੀ ਇੱਕ ਪਰੇਸ਼ਾਨੀ ਜ਼ਰੂਰ ਹੁੰਦੀ ਹੈ। ਔਰ ਉਹ ਵੀ ਹੁਣ ਮਤਲਬ ਜਦੋਂ ਸਾਡੇ ਮਤਲਬ ਕਿਸਾਨਾਂ ਦੇ ਨਾਲ ਗੱਲਬਾਤ ਹੁੰਦੀ ਹੈ, ਉਹ ਵੀ ਅਵੇਅਰ ਹੋ ਕੇ ਵਾਪਸ ਮਤਲਬ ਆਪਣੇ ਇੱਕ ਦਿਨ ਦਾ, ਕਿਉਂਕਿ ਇੱਥੇ ਲੰਗਰ ਚੱਲ ਰਹੇ ਨੇ, ਇੱਕ ਦਿਨ ਤਾਂ ਰੋਟੀ ਅਸੀਂ ਸਾਰਿਆਂ ਨੂੰ ਦੇ ਹੀ ਦੇਵਾਂਗੇ, ਕੋਈ ਚਿੰਤਾ ਵਾਲੀ ਗੱਲ ਨਹੀਂ ਹੈ, ਕੋਈ ਘਬਰਾਉਣ ਵਾਲੀ ਗੱਲ ਨਹੀਂ ਹੈ। ਲੰਗਰਾਂ ਦੇ ਵਿੱਚੋਂ ਜਿੱਥੋਂ ਮਰਜ਼ੀ ਪ੍ਰਸ਼ਾਦਾ ਛਕ ਰਹੀਆਂ ਸੰਗਤਾਂ ਛਕ ਸਕਦੇ ਨੇ। ਤੋ ਇਸ ਕਰਕੇ ਸਾਡੀ ਇਹ ਹੈ ਕਿ ਬਹੁਤ ਵਧੀਆ ਲੋਕਾਂ ਵੱਲੋਂ ਇਸ ਬੰਦ ਨੂੰ ਆਪਣੀ ਲੜਾਈ ਸਮਝ ਕੇ ਸਹਿਯੋਗ ਦਿੱਤਾ ਜਾ ਰਿਹਾ। ਬਹੁਤ ਸੋਹਣਾ ਹੁੰਗਾਰਾ ਮਿਲ ਰਿਹਾ ਹੈ। ਔਰ ਆਉਣ ਵਾਲੇ ਸਮੇਂ ਤੁਸੀਂ ਦੇਖੋਗੇ ਸ਼ਾਮ ਤੱਕ ਮਤਲਬ ਰਿਪੋਰਟਾਂ ਆ ਜਾਣਗੀਆਂ ਪੂਰੇ ਭਾਰਤ ਦੇ ਵਿੱਚ। ਬਹੁਤ ਵਧੀਆ ਬੰਦ ਦੀ ਸਫਲਤਾ ਮੂਲਕ ਹੋਏਗਾ। ਜੇਕਰ ਗੱਲ ਕਰ ਲਈ ਜਿਸ ਤਰ੍ਹਾਂ 4 ਮਹੀਨੇ ਤੋਂ ਸ਼ਾਂਤਮਈ ਤਰੀਕੇ ਦੇ ਨਾਲ ਕਿਸਾਨਾਂ ਦਾ ਧਰਨਾ ਜਿਹੜਾ ਸਿੰਘੂ ਬਾਰਡਰ ਤੇ ਹੋਰ ਬਾਰਡਰਾਂ ਤੇ ਚੱਲ ਰਿਹਾ, ਪੰਜਾਬ ਦੇ ਵਿੱਚ ਵੀ ਜਿੱਥੇ ਟੋਲ ਤੇ ਬੈਠੇ ਉੱਥੇ ਟੋਲ ਤੇ ਡਟੇ ਹੋਏ ਨੇ ਕਿਸਾਨ। ਪਰ ਜੇਕਰ ਗੱਲ ਕਰ ਲਈ ਆਪਾਂ, ਜਿਵੇਂ ਹੁਣ ਅੱਜ ਟਿੱਕਰੀ ਬਾਰਡਰ ਦੀ ਗੱਲ ਕਰ ਲਈ, ਉੱਥੇ ਇੱਕ ਕਿਸਾਨ ਦਾ ਭੇਤ ਭਰੀ ਹਾਲਾਤ ਦੇ ਵਿੱਚ ਜਿਹੜਾ ਹੈ ਲਾਸ਼ ਮਿਲੀ ਹੈ। ਇਸ ਤੋਂ ਪਹਿਲਾਂ ਵੀ ਕਈ ਚਲੋ ਸ਼ਹੀਦੀਆਂ ਵੀ ਬਹੁਤ ਜ਼ਿਆਦਾ ਹੋ ਗਈਆਂ। ਕੀ ਕਹੋਗੇ ਜਿਹੜੀ ਇਸ ਤਰ੍ਹਾਂ ਦੀ ਘਟਨਾ ਵਾਪਰਦੀ ਹੈ, ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ? ਇਹ ਹਜੇ ਤੱਕ ਰਾਤ ਮੈਂ ਉੱਥੋਂ ਆਇਆ ਲਗਭਗ 2 ਵਜੇ। ਪ੍ਰਸ਼ਾਸਨ ਜੋ ਛੋਟੇ ਪੱਧਰ ਦਾ ਸੀਗਾ ਉਹ ਮਿਲਿਆ ਮੈਨੂੰ ਉੱਥੋਂ। ਅੱਜ ਮੈਂ ਚੱਲਿਆ ਉੱਥੇ ਫਿਰ ਦੁਬਾਰਾ ਪੋਸਟਮਾਰਟਮ ਹੋਣਾ, ਫੈਮਿਲੀ ਵੀ ਆਈ ਹੈ ਉਹਨਾਂ ਦੀ। ਔਰ ਨਾਲ ਜਿਹੜਾ ਸਾਡੇ ਮਤਲਬ ਪ੍ਰਸ਼ਾਸਨ ਦੇ ਨਾਲ SP ਸਾਹਿਬ ਦੇ ਨਾਲ ਉੱਥੇ ਗੱਲਬਾਤ ਕਰਕੇ, ਔਰ ਇਹ ਇੱਕ ਗੁੰਝਲਦਾਰ ਕਹਾਣੀ ਜੀ ਬਣ ਗਈ ਹੈ। ਇਹਨੂੰ ਤਾਂ ਮਤਲਬ ਫਰੋਲਣਾ ਬਹੁਤ ਜ਼ਰੂਰੀ ਹੈ ਕਿ ਕੀ ਕਾਰਨ ਹੈ, ਕਿਉਂ ਕਿਸਾਨ ਦਾ ਮਤਲਬ ਮਰਡਰ ਹੋਇਆ ਹੈ। ਔਰ ਉਹ ਇੱਕ ਕਿਸਾਨ ਵਿਚਾਰਾ ਕੱਲ੍ਹ ਹੀ ਉਹ ਆਇਆ ਹੈ ਪਿੰਡੋਂ ਆਪਦਿਓਂ, ਤੇ ਆਉਂਦਿਆਂ ਸਾਰ ਉਹਦਾ ਮਰਡਰ ਹੋ ਜਾਂਦਾ। ਉਹਦੀ ਤਾਂ ਕੋਈ ਇਹੋ ਜਿਹੀ ਗੱਲ ਵੀ ਨਹੀਂ ਨਜ਼ਰ ਆ ਰਹੀ ਹੋਣੀ ਮੈਨੂੰ ਲੱਗਦਾ। ਤੇ ਜਿੱਥੇ ਜਾ ਕੇ ਕਤਲ ਹੁੰਦਾ ਹੈ ਉੱਥੇ ਵੀ ਕੋਈ ਗੱਲ ਜਿਹੜੀ ਬੜੀ ਗੁੰਝਲਦਾਰ ਹੈ ਗੱਲ ਇਹ। ਹਾਂ, ਤੋਂ ਇਸ ਕਰਕੇ ਉਹ ਸਾਰੀ ਗੱਲਬਾਤ ਨੂੰ ਜਾਂਚਣ ਵਾਸਤੇ ਅਸੀਂ ਕੱਲ੍ਹ ਵੀ ਜਾ ਕੇ ਪ੍ਰਸ਼ਾਸਨ ਨੂੰ ਮਿਲ ਕੇ ਆਏ। ਅੱਜ ਵੀ ਕਹਾਂਗੇ ਕਿ ਇਹਦੀ ਗੰਭੀਰਤਾਪੂਰਵਕ ਮਤਲਬ ਜਾਂਚ ਕੀਤੀ ਜਾਏ। ਔਰ ਸਰਕਾਰ ਤੋਂ ਵੀ ਅਸੀਂ ਮੰਗ ਕਰਦੇ ਹਾਂ ਕਿ ਇਹਨੂੰ ਮਤਲਬ ਢਿੱਲੀ ਜੀ ਗੱਲ ਨਾ ਛੱਡੀ ਜਾਏ। ਇਹ ਹਾਂ ਉੱਚ ਪੱਧਰੀ ਜਾਂਚ ਹੋਵੇ, ਕਿਉਂਕਿ ਸਾਡੇ ਅੰਦੋਲਨ ਦਾ ਇੱਕ ਪਾਰਟ ਆ।
ਫਾਰਮਰ ਭਾਵੇਂ ਅੱਜ ਆਇਆ, ਭਾਵੇਂ ਰੋਜ਼ ਆ ਬੈਠਾ ਹੈ ਤੇ ਭਾਵੇਂ 6 ਮਹੀਨਿਆਂ ਦਾ ਬੈਠਾ ਤੇ ਭਾਵੇਂ ਅੱਜ ਆਇਆ, ਜਿਹੜਾ ਇਸ ਪ੍ਰੋਟੈਸਟ ਦੇ ਵਿੱਚ ਸ਼ਾਮਲ ਹੋਇਆ ਹੈ, ਅਗਰ ਉਹਦਾ ਇੱਥੇ ਆਏ ਦਾ ਮਰਡਰ ਹੁੰਦਾ ਹੈ ਤਾਂ ਉਹ ਇੱਕ ਬਹੁਤ ਚਿੰਤਾਜਨਕ ਗੱਲ ਹੈ, ਬਹੁਤ ਫਿਕਰ ਵਾਲੀ ਗੱਲ ਹੈ, ਔਰ ਬੜੀ ਸਾਡੇ ਲਈ ਵੀ ਔਰ ਸਰਕਾਰ ਵਾਲੇ ਲਈ ਉਸ ਤੋਂ ਵੀ ਜ਼ਿਆਦਾ। ਔਰ ਇਹਨੂੰ ਸੀਰੀਅਸਲੀ ਲੈ ਕੇ ਸਰਕਾਰ ਨੂੰ ਇਹਦੀ ਪੜਤਾਲ ਕਰਨੀ ਬਣਦੀ ਹੈ, ਪੜਤਾਲ ਕਰਨੀ ਚਾਹੀਦੀ ਹੈ। ਔਰ ਅੱਗੇ ਮੈਂ ਮਤਲਬ ਮੀਟਿੰਗ ਵੀ ਸੱਦੀ ਹੈ ਸ਼ਾਮ ਨੂੰ, ਅਸੀਂ SKM ਦੀ ਮੀਟਿੰਗ ਹੋਏਗੀ ਇਸੇ ਇਸ਼ੂ ਦੇ ਉੱਤੇ ਬਾਕਾਇਦਾ ਕਿ ਕੀ ਹੋਣਾ ਚਾਹੀਦਾ ਇਹਦਾ, ਉਹ ਵਿਚਾਰ ਕਰਾਂਗੇ। ਗੱਲ ਕਰ ਲਈ ਜਿਸ ਤਰ੍ਹਾਂ ਕਿ ਹੋਰ ਕਿਸਾਨ ਭਰਾ ਇੱਥੇ ਬੈਠੇ ਆ, ਬੜੀ ਦੇਰ ਤੋਂ ਬੈਠੇ ਔਰ ਬੜੀ ਵੱਡੀ ਗਿਣਤੀ ਦੇ ਵਿੱਚ ਬੈਠੇ, ਇਹਦੇ ਨਾਲ ਕਿਤੇ ਨਾ ਕਿਤੇ ਸ਼ੱਕ ਸ਼ੁਬਾ ਨਹੀਂ ਜ਼ਾਹਰ ਹੁੰਦੇ ਜਾਂ ਲੋਕਾਂ ਦੇ ਵਿੱਚ ਸ਼ੱਕ ਦਾ ਬੀਜ ਨਹੀਂ ਪੈ ਰਿਹਾ? ਨਹੀਂ, ਇਹਦੇ 'ਚ ਦੇਖੋ ਗੱਲ ਕੀ ਹੈ, ਹੋ ਸਕਦਾ ਹੈ ਸਰਕਾਰ ਦੀ ਕੋਈ ਚਾਲ, ਮਤਲਬ ਇਹਦੇ ਵਿੱਚ ਤੁਸੀਂ ਦੇਖੋਗੇ ਸਾਡੀ ਕੋਸ਼ਿਸ਼ ਵੀ ਤਾਂ ਹੀ ਹੈ ਨਾ ਕਿ ਇਹਦੀ ਇੱਕ ਇੱਕ ਪਰਤ ਫਰੋਲੀ ਜਾਣੀ ਚਾਹੀਦੀ, ਪਤਾ ਲੱਗੇ ਕੀ ਗੱਲ ਹੈ, ਕਿਉਂਕਿ ਕਿਸਾਨ ਸਾਡੇ ਬਹੁਤ ਅਵੇਅਰ ਨੇ, ਛੇਤੀ ਕਿਤੇ ਕਿਸਾਨ ਗਲਤੀ ਨਹੀਂ ਕਰਦੇਗੇ। ਕਿਸਾਨਾਂ ਨੂੰ 8 ਮਹੀਨੇ ਹੋ ਗਏ ਅੰਦੋਲਨ ਦੇ ਵਿੱਚ ਪਿਆ ਨੂੰ, 8-9 ਮਹੀਨਿਆਂ ਤੋਂ ਜਿਹੜੇ ਫਾਰਮਰ ਨੇ ਅੱਜ ਤੱਕ ਕੋਈ ਰਤੀ ਭਰ ਦਾ ਵੀ ਨੁਕਸਾਨ ਨਹੀਂ ਕੀਤਾ ਔਰ ਕਿਸੇ ਤਰ੍ਹਾਂ ਦੀ ਗਲਤੀ ਨਹੀਂ ਕੀਤੀ, ਉਹ ਕਿਸਾਨ ਤੋਂ ਉਮੀਦ ਨਹੀਂ ਕੀਤੀ ਜਾ ਸਕਦੀ ਕਿ ਉਹ ਕੋਈ ਗਲਤੀ ਕਰੇਗਾ। ਲੇਕਿਨ ਸਾਜ਼ਿਸ਼ ਕੋਈ ਨਾ ਕੋਈ ਜ਼ਰੂਰ ਹੋ ਸਕਦੀ ਹੈ, ਚਾਲ ਜ਼ਰੂਰ ਕੋਈ ਨਾ ਕੋਈ ਹੋ ਸਕਦੀ ਹੈ ਤਾਂ ਕਿ ਇਸ ਅੰਦੋਲਨ ਨੂੰ ਕਿਵੇਂ ਬਦਨਾਮ ਕੀਤਾ ਜਾਏ, ਕਿਵੇਂ ਇਹਨੂੰ ਖਰਾਬ ਕੀਤਾ ਜਾਏ, ਉਹ ਸਾਰੀਆਂ ਗੱਲਾਂ ਦੀ ਪੜਤਾਲ ਕਰਵਾ ਰਹੇ ਹਾਂ ਅਸੀਂ। ਜਿਸ ਤਰ੍ਹਾਂ 26 ਦੇ ਬੰਦ ਨੂੰ ਹੁੰਗਾਰਾ ਮਿਲ ਰਿਹਾ, ਇਸ ਤੋਂ ਬਾਅਦ ਅੱਗੇ ਵੀ, ਕਿਉਂਕਿ 26 ਜਨਵਰੀ ਤੋਂ ਬਾਅਦ ਕੋਈ ਵੀ ਮੀਟਿੰਗ ਸਰਕਾਰ ਦੇ ਨਾਲ ਹੋ ਨਹੀਂ ਪਾ ਰਹੀ ਹੈ ਤੇ ਸਰਕਾਰ ਵੀ ਇੱਕਦਮ ਚੁੱਪ ਹੋ ਗਈ ਹੈ ਤੇ ਕਿਸਾਨਾਂ ਵੱਲੋਂ ਅੱਜ ਪਹਿਲਾ, ਉਸ ਤੋਂ ਬਾਅਦ ਜਿਹੜਾ ਕਹਿ ਦਈਏ ਕਿ ਸ਼ਕਤੀ ਪ੍ਰਦਰਸ਼ਨ ਕੀਤਾ ਜਾ ਰਿਹਾ, ਇਸ ਤੋਂ ਬਾਅਦ ਅੱਗੇ ਵੀ ਕੋਈ ਪ੍ਰੋਗਰਾਮ ਉਲੀਕੇ ਜਾਣਗੇ? ਨਹੀਂ, ਪ੍ਰੋਗਰਾਮ ਤੇ ਉਲੀਕੀ ਦੇ ਰਹਿਣੇ ਆ। ਪ੍ਰੋਗਰਾਮ ਤੁਹਾਨੂੰ ਪਤਾ ਲੱਗ ਗਿਆ ਹੋਣਾ ਕਿ 5 ਤਰੀਕ ਨੂੰ FCI ਦੇ ਦਫ਼ਤਰਾਂ ਦਾ ਘਿਰਾਓ ਆ ਪੂਰੇ ਭਾਰਤ ਦੇ ਅੰਦਰ, ਉਹ ਵੀ ਇਸੇ ਨਾਲ ਮਤਲਬ ਖੇਤੀ ਸੈਕਟਰ ਨਾਲ ਜੁੜਿਆ ਮਾਮਲਾ ਹੈ। ਤੋ ਜਿਹੜੀ ਤੁਸੀਂ ਗੱਲ ਕਰਦੇ ਹੋ ਕਿ ਮੀਟਿੰਗ ਨਹੀਂ ਹੋ ਰਹੀ ਸਰਕਾਰ ਵੱਲੋਂ, ਉਹ ਤੇ ਤੁਸੀਂ ਇੱਕ ਹਾਲਾਤ ਨਹੀਂ ਦੇਖ ਰਹੇ ਤੁਸੀਂ ਕਿ ਜਿਵੇਂ ਜਿਵੇਂ ਅੰਦੋਲਨ ਫੈਲ ਰਿਹਾ ਹੈ ਬਾਹਰਲੀਆਂ ਸਟੇਟਾਂ ਵੱਲ ਨੂੰ, ਜਿਵੇਂ ਜਿਵੇਂ ਅੰਦੋਲਨ ਵੱਧ ਰਿਹਾ ਹੈ, ਉਸੇ ਤਰ੍ਹਾਂ ਸਰਕਾਰ ਨੂੰ ਅੰਦਰ ਮਤਲਬ ਫਿਕਰ ਖੜਾ ਹੋ ਰਿਹਾ ਹੈ। ਔਰ ਇੱਕ ਦਿਨ ਤੁਸੀਂ ਦੇਖੋਗੇ, ਵਾਹਿਗੁਰੂ ਕਿਰਪਾ ਕਰੇ, ਜਿਸ ਤਰ੍ਹਾਂ ਦਾ ਅੰਦੋਲਨ ਚੱਲ ਰਿਹਾ, ਜਿਸ ਤਰ੍ਹਾਂ ਦੇ ਸਾਡੇ ਲੋਕ ਸਿਆਣਪ ਦੇ ਨਾਲ ਇਹਨੂੰ ਮਤਲਬ ਚਲਾ ਰਹੇ ਨੇ, ਜਾਂ ਬਾਹਰਲੀਆਂ ਸੰਗਤਾਂ ਜਿਹੜੀਆਂ ਦਾ ਇਸ ਅੰਦੋਲਨ ਨਾਲ ਕੋਈ ਵਾਸਤਾ ਨਹੀਂ, ਜਿਨ੍ਹਾਂ ਦਾ ਜ਼ਮੀਨ ਨਾਲ ਕੋਈ ਵਾਸਤਾ ਨਹੀਂ, ਉਹ ਇਹਨੂੰ ਆਪਦਾ ਮੰਨ ਕੇ ਜਿਵੇਂ ਮਤਲਬ ਇਹਦੇ ਵਿੱਚ ਮਤਲਬ ਪਾਰਟਿਸਿਪੇਟ ਕਰ ਰਹੀਆਂ, ਸਰਕਾਰ ਨੂੰ ਝੁਕਣਾ ਪਏਗਾ। ਔਰ ਬਹੁਤ ਜਲਦੀ ਮਤਲਬ ਸਰਕਾਰ ਦੇ ਵਿੱਚ ਅੰਦਰ ਜਿਵੇਂ BJP ਦੇ ਅੰਦਰ ਖਲਬਲੀ ਮੱਚੀ ਹੈ, ਉਹ ਜ਼ਰੂਰ ਮਤਲਬ ਸਿੱਟਾ ਲੈ ਕੇ ਆਏਗੀ। ਇਸ ਦਾ ਕੋਈ ਦੋ ਰਾਏ ਨਹੀਂ ਕਿ ਹੁਣ ਇਹ ਕਿਸਾਨ ਅੰਦੋਲਨ ਨਹੀਂ ਰਿਹਾ, ਜਨ ਅੰਦੋਲਨ ਹੋ ਚੁੱਕਿਆ। ਹਰੇਕ ਵਰਗ ਇਸ ਅੰਦੋਲਨ ਦੇ ਨਾਲ ਜੁੜ ਗਿਆ, ਚਾਹੇ ਉਹ ਵਪਾਰੀ ਵਰਗ ਹੋਵੇ, ਚਾਹੇ ਉਹ ਗਵਰਨਮੈਂਟ ਸੈਕਟਰ ਦੇ ਲੋਕ ਹੋਣ, ਉਹ ਅੱਜ ਕਿਸਾਨ ਦਾ ਦਰਦ ਸਮਝ ਰਹੇ ਹਨ ਔਰ ਕਿਸਾਨ ਦੇ ਨਾਲ ਜੁੜੇ ਹੋਏ ਹਨ। ਤਾਂ ਹੀ ਆਪਾਂ ਕਹਿ ਲਈਏ ਕਿ ਇੰਨੇ ਵੱਡੇ ਅੰਦੋਲਨ ਦੇ ਵਿੱਚ ਐਡੀ ਸ਼ਮੂਲੀਅਤ ਦੇ ਨਾਲ ਲੋਕ ਚੱਲ ਰਹੇ ਹਨ ਔਰ ਅੱਜ ਤੱਕ ਤੁਸੀਂ ਜਿਵੇਂ ਕਹਿ ਹੀ ਰਹੇ ਸੀ, ਕਿਸੇ ਕਿਸਾਨ ਨੇ ਕੋਈ ਗਲਤੀ ਨਹੀਂ ਕੀਤੀ ਔਰ ਵਾਕਈ ਇਸ ਗੱਲ ਨੂੰ ਅਸੀਂ ਵੀ ਮੰਨਦੇ ਹਾਂ, ਸਾਰਾ ਵਿਸ਼ਵ ਦੇਖਦਾ ਇਸ ਗੱਲ ਨੂੰ ਵੀ ਕਿਸਾਨਾਂ ਵੱਲੋਂ ਕਿਸੇ ਦਾ ਰੱਤੀ ਭਰ ਨੁਕਸਾਨ ਨਹੀਂ ਕੀਤਾ ਗਿਆ, ਬਿਲਕੁਲ ਸ਼ਾਂਤਮਈ ਤਰੀਕੇ ਦੇ ਨਾਲ ਇਸ ਅੰਦੋਲਨ ਨੂੰ ਕੀਤਾ ਜਾ ਰਿਹਾ। ਪਰ ਹੁਣ ਇਹ ਨਹੀਂ ਮਹਿਸੂਸ ਹੁੰਦਾ ਕਿਤੇ ਨਾ ਕਿਤੇ ਵੀ ਸਰਕਾਰ ਨੂੰ ਹੁਣ ਥੋੜਾ ਜਿਹਾ ਦੱਸਣਾ ਵੀ ਪਊਗਾ ਕਿ ਕਿਸਾਨ ਹਮੇਸ਼ਾ ਹੀ ਚੁੱਪ ਕਰਕੇ ਨਹੀਂ ਬੈਠੂਗਾ, ਜੇਕਰ ਉਹਦੇ ਹੱਕ ਨਹੀਂ ਮਿਲਣਗੇ ਤਾਂ ਉਹ ਕਿੰਨੀ ਲੰਬਾ ਸਮਾਂ ਇੰਤਜ਼ਾਰ ਕਰੂਗਾ। ਸਬਰ ਦਾ ਫਲ ਇੱਕ ਨਾ ਇੱਕ ਦਿਨ ਤਾਂ ਝਲਕਦਾ ਹੀ ਹੈ। ਦੇਖੋ ਮੈਂ ਦੱਸਦਾ, ਅੰਦੋਲਨ ਨੂੰ ਸਭ ਤੋਂ ਪਹਿਲਾਂ ਇਹ ਜ਼ਰੂਰੀ ਹੈ ਕਿ ਅੰਦੋਲਨ ਹੈ ਕਿਹਦੇ ਨਾਲ। ਸਾਡਾ ਅੰਦੋਲਨ ਹੈ ਜਿੱਥੇ ਕਾਨੂੰਨ ਬਣਾਏ ਨੇ ਸਾਡੀ ਪਾਰਲੀਮੈਂਟ ਨੇ, ਰੱਦ ਵੀ ਹੋਣੇ ਆ ਪਾਰਲੀਮੈਂਟ ਦੇ ਵਿੱਚ, ਇਸੇ ਸਰਕਾਰ ਨੇ ਬਣਾਏ ਨੇ ਔਰ ਇਸੇ ਸਰਕਾਰ ਨੇ ਰੱਦ ਕਰਨੇ ਆ। ਬਟ ਇਹਨਾਂ ਕਾਨੂੰਨਾਂ ਦੇ ਉੱਤੇ ਮਗਰ ਪ੍ਰੈਸ਼ਰ ਕਿਹਦਾ ਹੈ, ਉਹ ਪ੍ਰੈਸ਼ਰ ਨੂੰ ਅਸੀਂ ਕਮਜ਼ੋਰ ਕਿਵੇਂ ਕਰ ਸਕਦੇ ਹਾਂ। ਜਿਸ ਤਰ੍ਹਾਂ ਗੈਟ ਦਾ ਪ੍ਰੈਸ਼ਰ ਬਣਿਆ ਹੋਇਆ ਹੈ, WTO ਦਾ ਪ੍ਰੈਸ਼ਰ ਬਣਿਆ ਹੋਇਆ ਹੈ, ਤਾਂ ਇਹ ਇੱਕ ਮਤਲਬ ਸੀਰੀਅਸ ਇਸ਼ੂ ਹੈ। ਬਹੁਤ ਸਮਝਦਾਰੀ ਨਾਲ ਇਹ ਅੰਦੋਲਨ ਲੜਨ ਵਾਲਾ ਅੰਦੋਲਨ ਹੈ। ਇਹਨੂੰ ਜਿੱਤਣ ਲਈ ਸਾਨੂੰ ਲੰਬੀ ਲੜਾਈ ਲੜਨ ਦਾ ਪਹਿਲਾਂ ਹੀ ਅਸੀਂ 6-6 ਮਹੀਨਿਆਂ ਦਾ ਰਾਸ਼ਨ ਐਵੇਂ ਤਾਂ ਨਹੀਂ ਲੈ ਕੇ ਆਏ ਸੀ, ਸਾਨੂੰ ਪਹਿਲਾਂ ਹੀ ਪਤਾ ਸੀ ਵੀ ਇਹ ਲੰਮਾ ਚੱਲਣਾ ਹੈ, ਕਿਉਂਕਿ ਅਸੀਂ ਸਮਝਦੇ ਹਾਂ ਗੈਟ ਨਾਲ ਲੜਾਈ ਹੈ। ਜਦੋਂ ਗੈਟ ਨਾਲ ਲੜਾਈ ਹੈ ਨਾ, ਇੱਕ ਬਹੁਤ ਵੱਡਾ ਵਰਲਡ ਲੈਵਲ ਦਾ ਹੋਇਆ ਸਮਝੌਤਾ, ਜਿਹਨੂੰ ਤੋੜਨ ਦੀ ਗੱਲ ਕਰ ਰਹੇ, ਮੈਨੂੰ ਤੋੜੋ ਤੇ ਬਾਹਰ ਆਓ, ਔਰ ਉਹਦੀ ਲੜਾਈ ਅੱਜ ਕਾਨੂੰਨ ਰੱਦ ਹੋਣਗੇ, 100% ਰੱਦ ਹੋਣਗੇ। ਕੱਲ ਨੂੰ ਸਰਕਾਰ ਕੋਈ ਵੀ ਬਣ ਜੇ, ਸਾਡੇ ਲੋਕਾਂ ਦੇ ਮਨਾਂ 'ਚ ਭਾਵਨਾ ਜੀ ਹੈ ਨਾ, ਇੱਕ ਲੋਕਾਂ ਨੂੰ ਵੀ ਸ਼ਾਇਦ ਕੇਜਰੀਵਾਲ ਆ ਜੇ ਤਾਂ ਬਹੁਤ ਕੁਝ ਕਰ ਦੂਗਾ। ਅਗਰ ਕੇਜਰੀਵਾਲ ਵੀ ਆ ਜੇ ਤਦ ਵੀ ਅਜਿਹੇ ਹੋਰ ਰੂਪਾਂ ਦੇ ਵਿੱਚ ਕਾਨੂੰਨ ਬਣ ਕੇ ਲੋਕਾਂ ਵਾਸਤੇ ਲਾਗੂ ਹੋਣਗੇ, ਜਿੰਨਾ ਚਿਰ ਗੈਟ 'ਚੋਂ ਭਾਰਤ ਬਾਹਰ ਨਹੀਂ ਆਉਂਦਾ। ਸੋ ਇਸ ਲਈ ਅੱਜ ਕਾਨੂੰਨ ਨੂੰ ਰੱਦ ਕਰਾਉਣ ਲਈ ਅਸੀਂ ਪਾਰਲੀਮੈਂਟ ਨੂੰ ਪ੍ਰੈਸ਼ਰਾਈਜ਼ ਕਰ ਰਹੇ ਹਾਂ, ਕਿਸ ਤਰੀਕੇ ਦੇ ਨਾਲ ਕਿ ਬਾਹਰਲੀਆਂ ਸਟੇਟਾਂ ਦੇ ਵਿੱਚ ਅੰਦੋਲਨ ਫੈਲ ਰਿਹਾ ਹੈ ਔਰ BJP ਦੇ ਅੰਦਰ ਮਤਲਬ ਹਲਚਲ ਸ਼ੁਰੂ ਹੋ ਗਈ ਹੈ। ਜੇ ਹਲਚਲ ਸ਼ੁਰੂ ਹੋ ਗਈ ਹੈ, ਸੁਰਜੀਤ ਜਾਨੀ ਦੀ ਮੈਂ ਇੰਟਰਵਿਊ ਕੀਤੀ ਬੀਤੇ ਦਿਨੀ, ਉਹਨਾਂ ਦਾ ਕਹਿਣਾ ਮੈਂ ਤਾਂ 2 ਮਿੰਟ 'ਚ ਹੱਲ ਕਰ ਦੂੰਗਾ, ਕਹਿੰਦੇ ਕਿਸਾਨ ਹੀ ਨਹੀਂ ਹੱਲ ਕਰਦੇ। ਅਸੀਂ ਤਾਂ 90% ਕਲੀਅਰ ਕਰਤਾ ਵੀ ਆਓ ਤੇ ਇੱਥੇ ਲਿਖ ਦਿਓ ਕੀ ਲਿਖਣਾ। ਫਿਰ ਅਸੀਂ ਸਵਾਲ ਕੀਤਾ ਕਿ ਤੁਸੀਂ ਫਿਰ ਰੱਦ ਕਿਉਂ ਨਹੀਂ ਕਰਦੇ, ਉਹ ਕਹਿੰਦੇ ਰੱਦ ਕਰਨਾ ਸੌਖਾ ਨਹੀਂ ਹੈ। ਕਹਿੰਦੇ ਕਿਸਾਨ ਜਥੇਬੰਦੀਆਂ ਦੇ ਆਗੂ ਵੀ ਇਸ ਗੱਲ ਨੂੰ ਸਮਝਦੇ ਆ ਵੀ ਰੱਦ ਕਰਨਾ ਸੌਖਾ ਨਹੀਂ ਪਿਆ, ਕਿਉਂਕਿ ਇੱਕ ਕਾਨੂੰਨ ਬਣ ਗਿਆ, ਉਹਨੂੰ ਕਾਨੂੰਨ ਦੇ ਤਰੀਕੇ ਨਾਲ ਰੱਦ ਕੀਤਾ ਜਾ ਸਕਦਾ। ਜਾਂ ਫਿਰ ਉਹਨਾਂ ਦੇ ਕਿਤੇ ਨਾ ਕਿਤੇ ਇਹ ਡਰ ਵੀ ਹੋ ਸਕਦਾ ਵੀ ਕੱਲ੍ਹ ਨੂੰ 370 ਵਾਲੇ ਵੀ ਆ ਜਾਣਗੇ, ਕੱਲ੍ਹ ਨੂੰ 3 ਤਲਾਕ ਵਾਲੇ ਵੀ ਆ ਜਾਣਗੇ, ਕੱਲ੍ਹ ਨੂੰ ਜਿਹੜਾ ਹੈ ਹੋਰ ਜਿਹੜੇ ਸਮੱਸਿਆਵਾਂ ਨੇ ਉਹ ਸਾਰੇ ਆ ਕੇ ਦਿੱਲੀ ਘੇਰ ਲੈਣਗੇ, ਕਿਸਾਨਾਂ ਤੋਂ ਉਹਨਾਂ ਨੂੰ ਸੇਧ ਮਿਲ ਜੂ। ਅਸੀਂ
ਬਹੁਤ ਵਾਰੀ ਇਹ ਗੱਲ ਕੀਤੀ ਹੈ, ਇੱਕ ਵਾਰੀ ਨਹੀਂ ਕੀਤੀ, ਅਸੀਂ ਬਹੁਤ ਵਾਰੀ ਕੀਤੀ ਹੈ ਕਿ ਜਿੰਨਾ ਤੁਸੀਂ ਲੋਕਾਂ ਦੇ ਉੱਤੇ ਜ਼ੁਲਮ ਢਾਉਣ ਵਾਸਤੇ ਜਿੰਨੇ ਕਾਨੂੰਨ ਬਣਾਏ ਨੇ, ਤੁਸੀਂ ਇੱਕੋ ਹੀ ਰਸਤੇ ਤੇ ਤੁਰ ਪਏ ਕਿ ਦੇਸ਼ ਨੂੰ ਕਿਵੇਂ ਵੇਚਣਾ ਹੈ, ਕਿਵੇਂ ਗੁਲਾਮ ਕਰਨਾ ਹੈ, ਕਿਵੇਂ ਬਰਬਾਦ ਕਰਨਾ ਹੈ। ਹੁਣ ਇੱਥੇ ਕਿਤੇ ਨਾ ਕਿਤੇ ਜਦੋਂ ਅਵੇਅਰਨੈਸ ਆਉਂਦੀ ਹੈ, ਲੋਕਾਂ ਦੇ ਵਿੱਚ ਜਾਗਰਤੀ ਆਉਂਦੀ ਹੈ, ਜਦੋਂ ਚਿੰਗਾੜੀ ਫੁੱਟਦੀ ਹੈ, ਇੱਕ ਚਿੰਗਾੜੀ ਹੁੰਦੀ ਹੈ ਨਾ, ਉਹ ਹੌਲੀ ਮਤਲਬ ਭਾਂਬੜ ਬਣ ਜਾਂਦੀ ਹੈ। ਅੱਜ ਇਹਨੂੰ ਸਰਕਾਰ ਨੂੰ ਚਾਹੀਦਾ ਸੀਗਾ, ਜਦੋਂ ਕਿਸਾਨ ਅੰਦੋਲਨ ਕਰ ਰਹੇ ਸੀ, ਫਟਾਫਟ ਇਹਨੂੰ ਇੱਥੇ ਹੀ ਸੰਭਾਲ ਜਾਂਦੇ, ਨਹੀਂ ਸੰਭਾਲ ਸਕੇ, ਜਨ ਅੰਦੋਲਨ ਬਣ ਗਿਆ। ਜਨ ਅੰਦੋਲਨ ਬਣ ਗਿਆ, ਬਹੁਤ ਵਰਲਡ ਦੇ ਵਿੱਚ ਫੈਲ ਗਿਆ। ਅੱਜ ਹੋਰ ਇਹ ਤੇ ਅਸੀਂ ਰੋਕ ਨਹੀਂ ਸਕਦੇਗੇ। ਇਹ ਰੱਦ ਕੀਤੇ ਬਗੈਰ ਸਾਡਾ ਜੀਵਨ ਨਹੀਂ ਜਿਉ ਸਕਦੇ, ਅਸੀਂ ਲੋਕ ਰੋਟੀ ਨਹੀਂ ਖਾ ਸਕਦੇ ਇਹ ਕਾਨੂੰਨ ਰੱਦ ਕੀਤੇ ਬਿਨਾਂ। ਅਸੀਂ ਤਾਂ ਰੱਦ ਕਰਵਾਉਣਾ ਸਾਡੀ ਮਜਬੂਰੀ ਹੈ, ਸਾਡੀ ਲੋੜ ਹੈ, ਇਹ ਰੱਦ ਕਰਨੇ ਹੀ ਪੈਣਗੇ। ਹੋਰ ਕੌਣ ਉੱਠਦਾ ਹੈ? ਇਹ ਸਰਕਾਰ ਦੇਖੇ। ਹੋਰ ਕਿੰਨੇ ਲੋਕ ਕਾਨੂੰਨ ਰੱਦ ਕਰਾਉਣ ਲਈ ਉੱਠਦੇ? ਸਰਕਾਰ ਨੂੰ ਪਹਿਲਾਂ ਹੀ ਫਿਕਰ ਹੋਣਾ ਚਾਹੀਦਾ ਨਾ, ਅਸੀਂ ਉਹ ਕਾਨੂੰਨ ਬਣਾ ਕਿਉਂ ਰਹੇ ਹਾਂ ਜਿਹੜੇ ਲੋਕਾਂ ਦੇ ਜਨ ਜੀਵਨ ਨੂੰ ਪ੍ਰਭਾਵਿਤ ਕਰਦੇ? ਕਿਉਂ ਉਹਨਾਂ ਕਾਨੂੰਨਾਂ ਨੂੰ ਬਣਾ ਰਹੇ ਅਸੀਂ? ਮਤਲਬ ਲੋੜ ਹੀ ਨਹੀਂ ਸੀ ਬਣਾਉਣ। ਲੋੜ ਦੇਖੋ ਕਿਉਂ ਕੰਮ ਕਰ ਰਹੇ ਹਨ। ਸਰਕਾਰਾਂ ਹਮੇਸ਼ਾ ਲੋਕਤੰਤਰਕ ਹੈ, ਸਾਡਾ ਦੇਸ਼ ਲੋਕਤੰਤਰ ਹੈ। ਲੋਕਤੰਤਰ ਦੇ ਅੰਦਰ ਪਬਲਿਕ ਦੀ ਸਰਕਾਰ ਪਬਲਿਕ ਦੇ ਲਈ ਤੇ ਪਬਲਿਕ ਦੇ ਦੁਆਰਾ ਬਣਾਈ ਜਾਂਦੀ ਹੈ। ਔਰ ਉਹ ਸਰਕਾਰ ਅੱਜ ਪਬਲਿਕ ਨੂੰ ਤਾਂ ਮਤਲਬ ਦਰਕਿਨਾਰ ਕਰਕੇ ਕਿ ਤੁਹਾਡੇ ਤੇ ਆ ਵੀ ਲਾਗੂ ਕਰਤਾ, ਤੁਹਾਡੇ ਤੇ ਆ ਵੀ ਲਾਗੂ ਕਰਤਾ, ਤੁਹਾਡੇ ਤੇ ਆ ਵੀ ਲਾਗੂ ਕਰਤਾ, ਤੁਹਾਨੂੰ ਆ ਵੀ ਕਾਨੂੰਨ ਬਣਾਤਾ, ਤੁਹਾਨੂੰ ਆ ਵੀ ਕਾਨੂੰਨ ਬਣਾਤਾ, ਤੁਸੀਂ ਰੋਟੀ ਵੀ ਨਹੀਂ ਖਾ ਸਕਦੇ, ਤੁਸੀਂ ਮਜ਼ਦੂਰ ਬਣੋ ਤੇ ਅਡਾਨੀਆਂ ਬਾਨੀਆਂ ਦੇ ਥੱਲੇ ਲੱਗੋ। ਇਹੋ ਜਿਹੇ ਕਾਨੂੰਨ ਲੈ ਕੇ ਆਏਗੀ ਸਰਕਾਰ, ਤਾਂ ਲੋਕ ਤੇ ਵਿਰੋਧ ਕਰਨਗੇ ਜੀ। ਉਸ ਵਿਰੋਧ ਦਾ ਸਾਹਮਣਾ ਫਿਰ ਕਰਨਾ ਪਏਗਾ। ਸੋ ਅਖੀਰਲਾ ਹੀ ਸਵਾਲ ਹੈ ਜੀ, ਕਿਉਂਕਿ ਤੁਸੀਂ ਵੀ ਜਲਦੀ ਚੋਂ ਇਹੀ ਪੁੱਛਣਾ ਚਾਹੁੰਦਾ ਕਿ ਇਸ ਦੇ ਵਿੱਚ ਹੁਣ ਹੋਰ ਕੋਈ ਅਗਲੀ ਮੀਟਿੰਗ ਮਿਲੂਗੀ? ਜੇ ਮਿਲਦੀ ਹੈ ਤੇ ਕਿਸਾਨ ਜਥੇਬੰਦੀਆਂ ਉੱਥੇ ਪਹੁੰਚਣਗੀਆਂ? ਦੇਖੋ ਮੀਟਿੰਗ ਤੇ ਸਰਕਾਰ ਤੇ ਡਿਪੈਂਡ ਕਰਦੀ ਹੁੰਦੀ ਹੈ, ਲੇਕਿਨ ਜਿਸ ਤਰ੍ਹਾਂ ਦੀ ਸਰਕਾਰ ਦੇ ਅੰਦਰ ਬੀਜੇਪੀ ਦੇ ਅੰਦਰ ਹਲਚਲ ਬਣੀ ਹੈ, ਇਹ ਜ਼ਰੂਰ ਇੱਕ ਸੰਕੇਤ ਦੇ ਰਹੀ ਹੈ ਕਿ ਨਹੀਂ ਹਲਚਲ, ਨਹੀਂ ਛੇਤੀ ਮੀਟਿੰਗ ਕਰਨਗੇ, ਨਹੀਂ ਕਿਸਾਨਾਂ ਦਾ ਹੱਲ ਕਰਨਗੇ, ਤਾਂ ਫਿਰ ਬੀਜੇਪੀ ਇਹ ਮਹਿਸੂਸ ਕਰ ਲੇ ਔਰ ਸਿਆਣੀ ਲੀਡਰਸ਼ਿਪ ਮਹਿਸੂਸ ਕਰ ਵੀ ਰਹੀ ਹੈ ਕਿ ਅਗਰ ਕਿਸਾਨਾਂ ਦਾ ਮਸਲਾ ਹੱਲ ਕਰਨ ਦੇ ਵਿੱਚ ਅਸੀਂ ਦੇਰੀ ਕਰਾਂਗੇ ਤਾਂ ਨੁਕਸਾਨ ਬੀਜੇਪੀ ਨੂੰ ਵੱਡਾ ਉਠਾਉਣਾ ਪਊਗਾ ਜੀ। ਕਿਸਾਨ ਕੋਈ ਆਪਣੀ ਪਾਰਟੀ ਵੀ ਬਣਾ ਸਕਦੇ? ਨਹੀਂ, ਇਹ ਐਸਾ ਕੋਈ ਪ੍ਰੋਗਰਾਮ ਨਹੀਂ ਹੈ। ਪਾਰਟੀਆਂ ਬਣਾ ਕੇ ਥੋੜੀ ਮਤਲਬ ਅਸੀਂ ਤੇ ਦੇਖੋ ਅਸੀਂ ਕੀ ਕਰਨਾ ਹੈ, ਮੈਂ ਤੁਹਾਨੂੰ ਸੱਚਾਈ ਦੱਸਦਾ, ਮੈਂ ਕਿਸੇ ਦੀ ਗੱਲ ਨਹੀਂ ਕਰਦਾਗਾ। ਆਹ ਜਿਹੜਾ ਸੰਯੁਕਤ ਮੋਰਚੇ ਦੇ ਵਿੱਚ ਦਾਸ ਖੜਾ ਹੈ, ਜ਼ਿੰਦਗੀ ਦੇ ਵਿੱਚ ਨਾ ਮੈਂ ਮੈਂਬਰ ਦੀ ਇਲੈਕਸ਼ਨ ਨਹੀਂ ਲੜਿਆ ਤੇ ਐਮਐਲਏ ਐਮਪੀ ਦੀ ਇਲੈਕਸ਼ਨ ਲੜਨੀ ਤਾਂ ਬਹੁਤ ਵੱਡੀ ਗੱਲ ਹੈ। ਅਗਲੀ ਗੱਲ ਹੈ, ਸਾਨੂੰ ਪਤਾ ਕਿ ਪ੍ਰੈਸ਼ਰ ਗਰੁੱਪ ਹੈ ਜਿਹੜਾ, ਜੋ ਕੰਮ ਪ੍ਰੈਸ਼ਰ ਗਰੁੱਪ ਕਰ ਸਕਦਾ ਹੈ ਉਹ ਐਮਐਲਏ ਐਮਪੀ ਬਣ ਕੇ ਨਹੀਂ ਕੀਤਾ ਜਾ ਸਕਦਾ। ਆਪਦੇ ਲੋਕਾਂ ਨੂੰ ਜੇਕਰ ਬਚਾਉਣਾ ਹੈ, ਅਗਰ ਇਹਨਾਂ ਦੀ ਲੜਾਈ ਲੜਨੀ ਹੈ, ਅਗਰ ਦੇਸ਼ ਨੂੰ ਗੈਟ ਚੋਂ ਬਾਹਰ ਕੱਢਣਾ ਹੈ, ਅਗਰ ਦੇਸ਼ ਨੂੰ ਆਜ਼ਾਦ ਰੱਖਣਾ ਹੈ, ਤੇ ਬਸ ਵੱਡਾ ਪ੍ਰੈਸ਼ਰ ਗਰੁੱਪ ਬਣਾਉਣ ਦੀ ਲੋੜ ਆ। ਉਹਦੇ ਵਾਸਤੇ ਅਸੀਂ ਯਤਨਸ਼ੀਲ ਹਾਂ, ਉਹ ਬਣਾ ਰਹੇ ਹਾਂ ਜੀ। ਬਹੁਤ ਬਹੁਤ ਸ਼ੁਕਰੀਆ ਜੀ। ਸੋ ਤੁਸੀਂ ਦੇਖਿਆ, ਸਿੱਧੇ ਤੌਰ ਤੇ ਕਿਹਾ ਗਿਆ ਕਿ ਇੱਥੇ ਅਸੀਂ ਐਮਐਲਏ ਐਮਪੀ ਨਹੀਂ ਬਣਨਾ, ਬਲਕਿ ਆਪਣੇ ਲੋਕਾਂ ਨੂੰ, ਆਪਣੇ ਕਿਸਾਨਾਂ ਨੂੰ ਬਚਾਉਣ ਦੇ ਲਈ ਸੰਘਰਸ਼ ਕਰਨਾ ਤੇ ਪ੍ਰੈਸ਼ਰ ਕ੍ਰੀਏਟ ਕਰਨਾ ਤੇ ਜਲਦ ਹੀ ਸਰਕਾਰ ਦੇ ਵਿੱਚ ਹਲਚਲ ਮਚੀ ਹੈ ਤੇ ਜਲਦ ਹੀ ਇਸ ਹਲਚਲ ਦਾ ਨਤੀਜਾ ਸਾਹਮਣੇ ਆਏਗਾ ਔਰ ਕਿਸਾਨਾਂ ਦੇ ਖਿਲਾਫ ਜਿਹੜੇ ਕਾਨੂੰਨ ਲਾਗੂ ਕੀਤੇ ਗਏ ਆ ਉਹ ਕਾਨੂੰਨ ਜਲਦ ਹੀ ਸਰਕਾਰ ਰੱਦ ਕਰੇਗੀ। ਸੋ ਇਹ ਤੁਸੀਂ ਸਾਰੀ ਗੱਲਾਂ ਸੁਣ ਰਹੇ ਸੀਗੇ। ਕੈਮਰਾਮੈਨ ਸੰਦੀਪ ਸਿੰਘ ਦੇ ਨਾਲ ਅਨੁਰਾਗ ਸ਼ਰਮਾ, ਸਿੰਘੂ ਬਾਰਡਰ, ਦਿੱਲੀ ਤੋਂ। ਜਿਸ ਤਰ੍ਹਾਂ ਗੈਟ ਦਾ ਪ੍ਰੈਸ਼ਰ ਬਣਿਆ ਹੋਇਆ ਹੈ, WTO ਦਾ ਪ੍ਰੈਸ਼ਰ ਬਣਿਆ ਹੋਇਆ ਹੈ, ਤਾਂ ਇਹ ਇੱਕ ਮਤਲਬ ਸੀਰੀਅਸ ਇਸ਼ੂ ਹੈ। ਬਹੁਤ ਸਮਝਦਾਰੀ ਨਾਲ ਇਹ ਅੰਦੋਲਨ ਲੜਨ ਵਾਲਾ ਅੰਦੋਲਨ ਹੈ। ਇਹਨੂੰ ਜਿੱਤਣ ਲਈ ਸਾਨੂੰ ਲੰਬੀ ਲੜਾਈ ਲੜਨ ਦਾ ਪਹਿਲਾਂ ਹੀ ਅਸੀਂ 6-6 ਮਹੀਨਿਆਂ ਦਾ ਰਾਸ਼ਨ ਐਵੇਂ ਤਾਂ ਨਹੀਂ ਲੈ ਕੇ ਆਏ ਸੀ। ਸਾਨੂੰ ਪਹਿਲਾਂ ਹੀ ਪਤਾ ਸੀ ਵੀ ਇਹ ਲੰਮਾ ਚੱਲਣਾ ਹੈ। ਅਗਰ ਕੇਜਰੀਵਾਲ ਵੀ ਆ ਜੇ ਤਦ ਵੀ ਅਜਿਹੇ ਹੋਰ ਰੂਪਾਂ ਦੇ ਵਿੱਚ ਕਾਨੂੰਨ ਬਣ ਕੇ ਲੋਕਾਂ ਵਾਸਤੇ ਲਾਗੂ ਹੋਣਗੇ। ਸੁਰਜੀਤ ਜਾਨੀ ਦੀ ਮੈਂ ਇੰਟਰਵਿਊ ਕੀਤੀ ਬੀਤੇ ਦਿਨੀ, ਉਹਨਾਂ ਦਾ ਕਹਿਣਾ ਮੈਂ ਤਾਂ 2 ਮਿੰਟ 'ਚ ਹੱਲ ਕਰ ਦੂੰਗਾ, ਕਹਿੰਦੇ ਕਿਸਾਨ ਹੀ ਨਹੀਂ ਹੱਲ ਕਰਦੇ। ਅਸੀਂ ਤਾਂ 90% ਕਲੀਅਰ ਕਰਤਾ ਵੀ ਆਓ ਤੇ ਇੱਥੇ ਲਿਖ ਦਿਓ ਕੀ ਲਿਖਣਾ। ਫਿਰ ਅਸੀਂ ਸਵਾਲ ਕੀਤਾ ਕਿ ਤੁਸੀਂ ਫਿਰ ਰੱਦ ਕਿਉਂ ਨਹੀਂ ਕਰਦੇ? ਉਹ ਕਹਿੰਦੇ ਰੱਦ ਕਰਨਾ ਸੌਖਾ ਨਹੀਂ ਹੈ। ਕਹਿੰਦੇ ਕਿਸਾਨ ਜਥੇਬੰਦੀਆਂ ਦੇ ਆਗੂ ਵੀ ਇਸ ਗੱਲ ਨੂੰ ਸਮਝਦੇ ਆ ਵੀ ਰੱਦ ਕਰਨਾ ਸੌਖਾ ਨਹੀਂ ਪਿਆ, ਕਿਉਂਕਿ ਇੱਕ ਕਾਨੂੰਨ ਬਣ ਗਿਆ, ਉਹਨੂੰ ਕਾਨੂੰਨ ਦੇ ਤਰੀਕੇ ਨਾਲ ਰੱਦ ਕੀਤਾ ਜਾ ਸਕਦਾ। ਜਾਂ ਫਿਰ ਉਹਨਾਂ ਦੇ ਕਿਤੇ ਨਾ ਕਿਤੇ ਇਹ ਡਰ ਵੀ ਹੋ ਸਕਦਾ ਵੀ ਕੱਲ੍ਹ ਨੂੰ 370 ਵਾਲੇ ਵੀ ਆ ਜਾਣਗੇ, ਕੱਲ੍ਹ ਨੂੰ 3 ਤਲਾਕ ਵਾਲੇ ਵੀ ਆ ਜਾਣਗੇ, ਕੱਲ੍ਹ ਨੂੰ ਜਿਹੜਾ ਹੈ ਹੋਰ ਜਿਹੜੇ ਸਮੱਸਿਆਵਾਂ ਨੇ ਉਹ ਸਾਰੇ ਆ ਕੇ ਦਿੱਲੀ ਘੇਰ ਲੈਣਗੇ, ਕਿਸਾਨਾਂ ਤੋਂ ਉਹਨਾਂ ਨੂੰ ਸੇਧ ਮਿਲ ਜੂਗੀ। ਅੱਜ ਇਹਨੂੰ ਸਰਕਾਰ ਨੂੰ ਚਾਹੀਦਾ ਸੀਗਾ, ਜਦੋਂ ਕਿਸਾਨ ਅੰਦੋਲਨ ਕਰ ਰਹੇ ਸੀ, ਫਟਾਫਟ ਇਹਨੂੰ ਇੱਥੇ ਹੀ ਸੰਭਾਲ ਜਾਂਦੇ, ਨਹੀਂ ਸੰਭਾਲ ਸਕੇ, ਜਨ ਅੰਦੋਲਨ ਬਣ ਗਿਆ। ਜਨ ਅੰਦੋਲਨ ਬਣ ਗਿਆ, ਬਹੁਤ ਵਰਲਡ ਦੇ ਵਿੱਚ ਫੈਲ ਗਿਆ। ਅੱਜ ਹੋਰ ਇਹ ਤੇ ਅਸੀਂ ਰੋਕ ਨਹੀਂ ਸਕਦੇਗੇ। ਇਹ ਰੱਦ ਕੀਤੇ ਬਗੈਰ ਸਾਡਾ ਜੀਵਨ ਨਹੀਂ ਜਿਉ ਸਕਦੇ, ਅਸੀਂ ਲੋਕ ਰੋਟੀ ਨਹੀਂ ਖਾ ਸਕਦੇ ਇਹ ਕਾਨੂੰਨ ਰੱਦ ਕੀਤੇ ਬਿਨਾਂ। ਅਸੀਂ ਤਾਂ ਰੱਦ ਕਰਵਾਉਣਾ ਸਾਡੀ ਮਜਬੂਰੀ ਹੈ, ਸਾਡੀ ਲੋੜ ਹੈ। ਔਰ ਉਹ ਸਰਕਾਰ ਅੱਜ ਪਬਲਿਕ ਨੂੰ ਤਾਂ ਮਤਲਬ ਦਰਕਿਨਾਰ ਕਰਕੇ ਕਿ ਤੁਹਾਡੇ ਤੇ ਆ ਵੀ ਲਾਗੂ ਕਰਤਾ, ਤੁਹਾਡੇ ਤੇ ਆ ਵੀ ਲਾਗੂ ਕਰਤਾ, ਤੁਹਾਡੇ ਤੇ ਆ ਵੀ ਲਾਗੂ ਕਰਤਾ, ਤੁਹਾਨੂੰ ਆ ਵੀ ਕਾਨੂੰਨ ਬਣਾਤਾ, ਤੁਹਾਨੂੰ ਆ ਵੀ ਕਾਨੂੰਨ ਬਣਾਤਾ, ਤੁਸੀਂ ਰੋਟੀ ਵੀ ਨਹੀਂ ਖਾ ਸਕਦੇ, ਤੁਸੀਂ ਮਜ਼ਦੂਰ ਬਣੋ ਤੇ ਅਡਾਨੀਆਂ ਬਾਨੀਆਂ ਦੇ ਥੱਲੇ ਲੱਗੋ। ਇਹੋ ਜਿਹੇ ਕਾਨੂੰਨ ਲੈ ਕੇ ਆਏਗੀ ਸਰਕਾਰ, ਤਾਂ ਲੋਕ ਤੇ ਵਿਰੋਧ ਕਰਨਗੇ। ਤੁਸੀਂ ਇੱਕੋ ਹੀ ਰਸਤੇ ਤੇ ਤੁਰ ਪਏ ਕਿ ਦੇਸ਼ ਨੂੰ ਕਿਵੇਂ ਵੇਚਣਾ ਹੈ, ਕਿਵੇਂ ਗੁਲਾਮ ਕਰਨਾ ਹੈ, ਕਿਵੇਂ ਬਰਬਾਦ ਕਰਨਾ ਹੈ। ਦਿੱਲੀ ਦੀ ਗੱਲ ਕਰ ਲਈਏ, ਲੋਕ ਹਜੇ ਵੀ ਆਵਾਜਾਈ ਦੇਖਣ ਨੂੰ ਮਿਲਦੀ ਹੈ। ਕੀ ਲੱਗਦਾ ਵੀ ਇੱਥੇ ਲੋਕਾਂ 'ਚ ਥੋੜੀ ਅਵੇਅਰਨੈਸ ਘੱਟ ਹੈ ਜਾਂ ਲੋਕ ਕਿਸਾਨ ਦੇ ਨਾਲ ਨਹੀਂ ਹੈ?
ਜਿਹੜੇ ਲੇਬਰ ਵਾਲੇ ਨੇ ਵਿਚਾਰੇ ਮਜ਼ਦੂਰ ਨੇ ਉਹਨਾਂ ਨੂੰ ਐ ਲੱਗਦਾ ਗੱਲ ਵੀ ਅਸੀਂ ਜੇਕਰ ਦਿਹਾੜੀ ਨਾ ਕਰਾਂਗੇ ਤਾਂ ਸਾਨੂੰ ਰੋਜੀ ਕਿੱਥੋਂ ਖਾਵਾਂਗੇ, ਰੋਟੀ ਕਿੱਥੋਂ ਖਾਵਾਂਗੇ। ਉਹਨਾਂ ਦੇ ਮਨ ਦੀ ਇੱਕ ਪਰੇਸ਼ਾਨੀ ਜ਼ਰੂਰ ਹੁੰਦੀ ਹੈ। ਬਹੁਤ ਵਧੀਆ ਲੋਕਾਂ ਵੱਲੋਂ ਇਸ ਬੰਦ ਨੂੰ ਆਪਣੀ ਲੜਾਈ ਸਮਝ ਕੇ ਸਹਿਯੋਗ ਦਿੱਤਾ ਜਾ ਰਿਹਾ, ਬਹੁਤ ਸੋਹਣਾ ਹੁੰਗਾਰਾ ਮਿਲ ਰਿਹਾ ਹੈ। ਔਰ ਆਉਣ ਵਾਲੇ ਸਮੇਂ ਤੁਸੀਂ ਦੇਖੋਗੇ ਸ਼ਾਮ ਤੱਕ ਮਤਲਬ ਰਿਪੋਰਟਾਂ ਆ ਜਾਣਗੀਆਂ ਪੂਰੇ ਭਾਰਤ ਦੇ ਵਿੱਚ ਬਹੁਤ ਵਧੀਆ ਬੰਦ ਦੀ ਸਫਲਤਾ ਮਿਲੇਗੀ। ਗੁੰਝਲਦਾਰ ਕਹਾਣੀ ਜੀ ਬਣ ਗਈ ਹੈ। ਇਹਨੂੰ ਤਾਂ ਮਤਲਬ ਫਰੋਲਣਾ ਬਹੁਤ ਜ਼ਰੂਰੀ ਹੈ ਕਿ ਕੀ ਕਾਰਨ ਹੈ, ਕਿਉਂ ਕਿਸਾਨ ਦਾ ਮਤਲਬ ਮਰਡਰ ਹੋਇਆ ਹੈ। ਜਿਵੇਂ ਜਿਵੇਂ ਅੰਦੋਲਨ ਫੈਲ ਰਿਹਾ ਹੈ ਬਾਹਰਲੀਆਂ ਸਟੇਟਾਂ ਵੱਲ ਨੂੰ, ਜਿਵੇਂ ਜਿਵੇਂ ਅੰਦੋਲਨ ਵੱਧ ਰਿਹਾ ਹੈ, ਉਸੇ ਤਰ੍ਹਾਂ ਸਰਕਾਰ ਨੂੰ ਅੰਦਰ ਮਤਲਬ ਫਿਕਰ ਖੜਾ ਹੋ ਰਿਹਾ ਹੈ। ਸੋ ਪ੍ਰਧਾਨ ਇੱਥੇ ਪਹੁੰਚ ਚੁੱਕੇ, ਗੱਲਬਾਤ ਕਰਦੇ ਹਾਂ ਕਿ ਬੰਦ ਨੂੰ ਕਿਸ ਤਰ੍ਹਾਂ ਸਮਰਥਨ ਦੇਖਣ ਨੂੰ ਮਿਲ ਰਿਹਾ, ਕਿਉਂਕਿ 26 ਤਰੀਕ ਨੂੰ ਬੰਦ ਦਾ ਐਲਾਨ ਕਰ ਦਿੱਤਾ ਗਿਆ ਸੀ। ਪੰਜਾਬ ਹਰਿਆਣਾ ਦੀ ਜੇਕਰ ਗੱਲ ਕਰ ਲਈਏ ਤਾਂ ਅੱਛਾ ਜਿਹੜਾ ਉੱਥੇ ਲੋਕ ਸਮਰਥਨ ਦੇ ਰਹੇ ਆ, ਵਪਾਰੀ ਖੁਦ ਦੁਕਾਨਾਂ ਬੰਦ ਕਰ ਰਹੇ ਆ ਔਰ ਸੁਸਾਇਟੀਆਂ ਬਣਾ ਕੇ ਇੱਕ ਦੂਜੇ ਤੱਕ ਸੰਦੇਸ਼ ਪਹੁੰਚਾ ਰਹੇ ਆ। ਪਰ ਇਸ ਵਕਤ ਆਪਾਂ ਦਿੱਲੀ ਦੇ ਵਿੱਚ ਹਾਂ, ਦਿੱਲੀ ਦੀ ਗੱਲ ਕਰ ਲਈਏ, ਲੋਕ ਹਜੇ ਵੀ ਆਵਾਜਾਈ ਦੇਖਣ ਨੂੰ ਮਿਲਦੀ ਹੈ। ਕੀ ਲੱਗਦਾ ਹੈ ਇੱਥੇ ਲੋਕਾਂ 'ਚ ਥੋੜੀ ਅਵੇਅਰਨੈਸ ਘੱਟ ਹੈ ਜਾਂ ਲੋਕ ਕਿਸਾਨ ਦੇ ਨਾਲ ਨਹੀਂ ਹੈ? ਨਹੀਂ, ਇਹੋ ਜੀ ਗੱਲ ਨਹੀਂ ਹੈ ਕੋਈ। ਦੇਖੋ ਕੁਝ ਗੱਲਾਂ ਜਿਹੜਾ ਆਮ ਪਬਲਿਕ ਦਾ ਉਹਦੇ ਬੰਨਿਓ ਤਕਰੀਬਨ ਬੰਦ ਨੂੰ ਪੂਰਾ ਹੁੰਗਾਰਾ ਮਿਲਿਆ ਹੋਇਆ ਹੈ। ਜਿਹੜੇ ਲੇਬਰ ਵਾਲੇ ਨੇ ਵਿਚਾਰੇ ਮਜ਼ਦੂਰ ਨੇ ਉਹਨਾਂ ਨੂੰ ਐ ਲੱਗਦਾ ਗੱਲ ਵੀ ਅਸੀਂ ਜੇਕਰ ਦਿਹਾੜੀ ਨਾ ਕਰਾਂਗੇ ਤਾਂ ਸਾਨੂੰ ਰੋਜੀ ਕਿੱਥੋਂ ਖਾਵਾਂਗੇ, ਰੋਟੀ ਕਿੱਥੋਂ ਖਾਵਾਂਗੇ। ਉਹਨਾਂ ਦੇ ਮਨ ਦੀ ਇੱਕ ਪਰੇਸ਼ਾਨੀ ਜ਼ਰੂਰ ਹੁੰਦੀ ਹੈ। ਔਰ ਉਹ ਵੀ ਹੁਣ ਮਤਲਬ ਜਦੋਂ ਸਾਡੇ ਮਤਲਬ ਕਿਸਾਨਾਂ ਦੇ ਨਾਲ ਗੱਲਬਾਤ ਹੁੰਦੀ ਹੈ, ਉਹ ਵੀ ਅਵੇਅਰ ਹੋ ਕੇ ਵਾਪਸ ਮਤਲਬ ਆਪਣੇ ਇੱਕ ਦਿਨ ਦਾ, ਕਿਉਂਕਿ ਇੱਥੇ ਲੰਗਰ ਚੱਲ ਰਹੇ ਨੇ, ਇੱਕ ਦਿਨ ਤਾਂ ਰੋਟੀ ਅਸੀਂ ਸਾਰਿਆਂ ਨੂੰ ਦੇ ਹੀ ਦੇਵਾਂਗੇ, ਕੋਈ ਚਿੰਤਾ ਵਾਲੀ ਗੱਲ ਨਹੀਂ ਹੈ, ਕੋਈ ਘਬਰਾਉਣ ਵਾਲੀ ਗੱਲ ਨਹੀਂ ਹੈ। ਲੰਗਰਾਂ ਦੇ ਵਿੱਚੋਂ ਜਿੱਥੋਂ ਮਰਜ਼ੀ ਪ੍ਰਸ਼ਾਦਾ ਛਕ ਰਹੀਆਂ ਸੰਗਤਾਂ ਛਕ ਸਕਦੇ ਨੇ। ਤੋ ਇਸ ਕਰਕੇ ਸਾਡੀ ਇਹ ਹੈ ਕਿ ਬਹੁਤ ਵਧੀਆ ਲੋਕਾਂ ਵੱਲੋਂ ਇਸ ਬੰਦ ਨੂੰ ਆਪਣੀ ਲੜਾਈ ਸਮਝ ਕੇ ਸਹਿਯੋਗ ਦਿੱਤਾ ਜਾ ਰਿਹਾ, ਬਹੁਤ ਸੋਹਣਾ ਹੁੰਗਾਰਾ ਮਿਲ ਰਿਹਾ ਹੈ। ਔਰ ਆਉਣ ਵਾਲੇ ਸਮੇਂ ਤੁਸੀਂ ਦੇਖੋਗੇ ਸ਼ਾਮ ਤੱਕ ਮਤਲਬ ਰਿਪੋਰਟਾਂ ਆ ਜਾਣਗੀਆਂ ਪੂਰੇ ਭਾਰਤ ਦੇ ਵਿੱਚ ਬਹੁਤ ਵਧੀਆ ਬੰਦ ਦੀ ਸਫਲਤਾ ਮੂਲਕ ਹੋਏਗਾ। ਜੇਕਰ ਗੱਲ ਕਰ ਲਈਏ ਜਿਸ ਤਰ੍ਹਾਂ 4 ਮਹੀਨੇ ਤੋਂ ਸ਼ਾਂਤਮਈ ਤਰੀਕੇ ਦੇ ਨਾਲ ਕਿਸਾਨਾਂ ਦਾ ਧਰਨਾ ਜਿਹੜਾ ਸਿੰਘੂ ਬਾਰਡਰ ਤੇ ਹੋਰ ਬਾਰਡਰਾਂ ਤੇ ਚੱਲ ਰਿਹਾ, ਪੰਜਾਬ ਦੇ ਵਿੱਚ ਵੀ ਜਿੱਥੇ ਟੋਲ ਤੇ ਬੈਠੇ ਉੱਥੇ ਟੋਲ ਤੇ ਡਟੇ ਹੋਏ ਨੇ ਕਿਸਾਨ। ਪਰ ਜੇਕਰ ਗੱਲ ਕਰ ਲਈਏ ਆਪਾਂ, ਜਿਵੇਂ ਹੁਣ ਅੱਜ ਟਿੱਕਰੀ ਬਾਰਡਰ ਦੀ ਗੱਲ ਕਰ ਲਈਏ, ਉੱਥੇ ਇੱਕ ਕਿਸਾਨ ਦਾ ਭੇਤ ਭਰੀ ਹਾਲਾਤ ਦੇ ਵਿੱਚ ਜਿਹੜਾ ਹੈ ਲਾਸ਼ ਮਿਲੀ ਹੈ। ਇਸ ਤੋਂ ਪਹਿਲਾਂ ਵੀ ਕਈ ਚਲੋ ਸ਼ਹੀਦੀਆਂ ਵੀ ਬਹੁਤ ਜ਼ਿਆਦਾ ਹੋ ਗਈਆਂ। ਕੀ ਕਹੋਗੇ ਜਿਹੜੀ ਇਸ ਤਰ੍ਹਾਂ ਦੀ ਘਟਨਾ ਵਾਪਰਦੀ ਹੈ, ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ? ਇਹ ਹਜੇ ਤੱਕਰ ਰਾਤ ਮੈਂ ਉੱਥੋਂ ਆਇਆ ਲਗਭਗ 2 ਵਜੇ। ਪ੍ਰਸ਼ਾਸਨ ਜੋ ਛੋਟੇ ਪੱਧਰ ਦਾ ਸੀਗਾ ਉਹ ਮਿਲਿਆ ਮੈਨੂੰ ਉੱਥੋਂ। ਅੱਜ ਮੈਂ ਚੱਲਿਆ ਉੱਥੇ ਫਿਰ ਦੁਬਾਰਾ ਪੋਸਟਮਾਰਟਮ ਹੋਣਾ, ਫੈਮਿਲੀ ਵੀ ਆਈ ਹੈ ਉਹਨਾਂ ਦੀ, ਔਰ ਨਾਲ ਜਿਹੜਾ ਸਾਡੇ ਮਤਲਬ ਪ੍ਰਸ਼ਾਸਨ ਦੇ ਨਾਲ ਐਸਪੀ ਸਾਹਿਬ ਦੇ ਨਾਲ ਉੱਥੇ ਗੱਲਬਾਤ ਕਰਕੇ। ਔਰ ਇਹ ਇੱਕ ਗੁੰਝਲਦਾਰ ਕਹਾਣੀ ਜੀ ਬਣ ਗਈ ਹੈ। ਇਹਨੂੰ ਤਾਂ ਮਤਲਬ ਫਰੋਲਣਾ ਬਹੁਤ ਜ਼ਰੂਰੀ ਹੈ ਕਿ ਕੀ ਕਾਰਨ ਹੈ, ਕਿਉਂ ਕਿਸਾਨ ਦਾ ਮਤਲਬ ਮਰਡਰ ਹੋਇਆ ਹੈ। ਔਰ ਉਹ ਇੱਕ ਕਿਸਾਨ ਵਿਚਾਰਾ ਕੱਲ੍ਹ ਹੀ ਉਹ ਆਇਆ ਹੈ ਪਿੰਡੋਂ ਆਪਦਿਓ, ਤੇ ਆਉਂਦਿਆਂ ਸਾਰ ਉਹਦਾ ਮਰਡਰ ਹੋ ਜਾਂਦਾ। ਉਹਦੀ ਤਾਂ ਕੋਈ ਇਹੋ ਜਿਹੀ ਗੱਲ ਵੀ ਨਹੀਂ ਨਜ਼ਰ ਆ ਰਹੀ ਹੋਣੀ ਮੈਨੂੰ ਲੱਗਦਾ। ਤੇ ਜਿੱਥੇ ਜਾ ਕੇ ਕਤਲ ਹੁੰਦਾ ਹੈ ਉੱਥੇ ਵੀ ਕੋਈ ਗੱਲ ਹੈ ਜਿਹੜੀ ਬੜੀ ਗੁੰਝਲਦਾਰ ਹੈ ਗੱਲ ਇਹ। ਹਾਂ, ਤੋਂ ਇਸ ਕਰਕੇ ਉਹ ਸਾਰੀ ਗੱਲਬਾਤ ਨੂੰ ਜਾਂਚਣ ਵਾਸਤੇ ਅਸੀਂ ਕੱਲ੍ਹ ਵੀ ਜਾ ਕੇ ਪ੍ਰਸ਼ਾਸਨ ਨੂੰ ਮਿਲ ਕੇ ਆਏ, ਅੱਜ ਵੀ ਕਹਾਂਗੇ ਕਿ ਇਹਦੀ ਗੰਭੀਰਤਾਪੂਰਵਕ ਮਤਲਬ ਜਾਂਚ ਕੀਤੀ ਜਾਏ। ਔਰ ਸਰਕਾਰ ਤੋਂ ਵੀ ਅਸੀਂ ਮੰਗ ਕਰਦੇ ਹਾਂ ਕਿ ਇਹਨੂੰ ਮਤਲਬ ਢਿੱਲੀ ਜੀ ਗੱਲ ਨਾ ਛੱਡੀ ਜਾਏ। ਇਹ ਉੱਚ ਪੱਧਰੀ ਜਾਂਚ ਹੋਵੇ, ਕਿਉਂਕਿ ਸਾਡੇ ਅੰਦੋਲਨ ਦਾ ਇੱਕ ਪਾਰਟ ਆ। ਫਾਰਮਰ ਭਾਵੇਂ ਅੱਜ ਆਇਆ, ਭਾਵੇਂ ਰੋਜ਼ ਆ ਬੈਠਾ ਇੱਥੇ, ਭਾਵੇਂ 6 ਮਹੀਨਿਆਂ ਦਾ ਬੈਠਾ ਤੇ ਭਾਵੇਂ ਅੱਜ ਆਇਆ, ਜਿਹੜਾ ਇਸ ਪ੍ਰੋਟੈਸਟ ਦੇ ਵਿੱਚ ਸ਼ਾਮਲ ਹੋਇਆ ਹੈ, ਅਗਰ ਉਹਦਾ ਇੱਥੇ ਆਏ ਦਾ ਮਰਡਰ ਹੁੰਦਾ ਹੈ ਤਾਂ ਉਹ ਇੱਕ ਬਹੁਤ ਚਿੰਤਾਜਨਕ ਗੱਲ ਹੈ, ਬਹੁਤ ਫਿਕਰ ਵਾਲੀ ਗੱਲ ਹੈ। ਔਰ ਬੜੀ ਸਾਡੇ ਲਈ ਵੀ ਔਰ ਸਰਕਾਰ ਵਾਲੇ ਲਈ ਉਸ ਤੋਂ ਵੀ ਜ਼ਿਆਦਾ। ਔਰ ਇਹਨੂੰ ਸੀਰੀਅਸਲੀ ਲੈ ਕੇ ਸਰਕਾਰ ਨੂੰ ਇਹਦੀ ਪੜਤਾਲ ਕਰਨੀ ਬਣਦੀ ਹੈ, ਪੜਤਾਲ ਕਰਨੀ ਚਾਹੀਦੀ ਹੈ। ਔਰ ਅੱਗੇ ਮੈਂ ਮਤਲਬ ਮੀਟਿੰਗ ਵੀ ਸੱਦੀ ਹੈ ਸ਼ਾਮ ਨੂੰ, ਅਸੀਂ SKM ਦੀ ਮੀਟਿੰਗ ਹੋਏਗੀ ਇਸੇ ਇਸ਼ੂ ਦੇ ਉੱਤੇ ਬਾਕਾਇਦਾ ਕਿ ਕੀ ਹੋਣਾ ਚਾਹੀਦਾ ਇਹਦਾ, ਉਹ ਵਿਚਾਰ ਕਰਾਂਗੇ। ਹੁਣ ਗੱਲ ਕਰ ਲਈ ਜਿਸ ਤਰ੍ਹਾਂ ਕਿ ਹੋਰ ਕਿਸਾਨ ਭਰਾ ਇੱਥੇ ਬੈਠੇ ਆ, ਬੜੀ ਦੇਰ ਤੋਂ ਬੈਠੇ ਔਰ ਬੜੀ ਵੱਡੀ ਗਿਣਤੀ ਦੇ ਵਿੱਚ ਬੈਠੇ, ਇਹਦੇ ਨਾਲ ਕਿਤੇ ਨਾ ਕਿਤੇ ਸ਼ੱਕ ਸ਼ੁਬਾ ਨਹੀਂ ਜ਼ਾਹਰ ਹੁੰਦੇ ਜਾਂ ਲੋਕਾਂ ਦੇ ਵਿੱਚ ਸ਼ੱਕ ਦਾ ਬੀਜ ਨਹੀਂ ਪੈ ਰਿਹਾ? ਨਹੀਂ, ਇਹਦੇ 'ਚ ਦੇਖੋ ਗੱਲ ਕੀ ਹੈ, ਹੋ ਸਕਦਾ ਹੈ ਸਰਕਾਰ ਦੀ ਕੋਈ ਚਾਲ ਮਤਲਬ ਇਹਦੇ ਵਿੱਚ ਤੁਸੀਂ ਦੇਖੋਗੇ ਸਾਡੀ ਕੋਸ਼ਿਸ਼ ਵੀ ਤਾਂ ਹੀ ਹੈ ਨਾ ਕਿ ਇਹਦੀ ਇੱਕ ਪਰਤ ਫਰੋਲੀ ਜਾਣੀ ਚਾਹੀਦੀ, ਪਤਾ ਲੱਗੇ ਕੀ ਗੱਲ ਹੈ। ਕਿਉਂਕਿ ਕਿਸਾਨ ਸਾਡੇ ਬਹੁਤ ਅਵੇਅਰ ਨੇ, ਛੇਤੀ ਕਿਤੇ ਕਿਸਾਨ ਗਲਤੀ ਨਹੀਂ ਕਰਦੇਗੇ। ਕਿਸਾਨਾਂ ਨੂੰ 8 ਮਹੀਨੇ ਹੋ ਗਏ ਅੰਦੋਲਨ ਦੇ ਵਿੱਚ ਪਿਆ ਨੂੰ। 8-9 ਮਹੀਨਿਆਂ ਤੋਂ ਜਿਹੜੇ ਫਾਰਮਰ ਨੇ ਅੱਜ ਤੱਕ ਕੋਈ ਰਤੀ ਭਰ ਦਾ ਵੀ ਨੁਕਸਾਨ ਨਹੀਂ ਕੀਤਾ ਔਰ ਕਿਸੇ ਤਰ੍ਹਾਂ ਦੀ ਗਲਤੀ ਨਹੀਂ ਕੀਤੀ। ਉਹ ਕਿਸਾਨ ਤੋਂ ਉਮੀਦ ਨਹੀਂ ਕੀਤੀ ਜਾ ਸਕਦੀ ਕਿ ਉਹ ਕੋਈ ਗਲਤੀ ਕਰੇਗਾ, ਲੇਕਿਨ ਸਾਜ਼ਿਸ਼ ਕੋਈ ਨਾ ਕੋਈ ਜ਼ਰੂਰ ਹੋ ਸਕਦੀ ਹੈ, ਚਾਲ ਜ਼ਰੂਰ ਕੋਈ ਨਾ ਕੋਈ ਹੋ ਸਕਦੀ ਹੈ ਤਾਂ ਕਿ ਇਸ ਅੰਦੋਲਨ ਨੂੰ ਕਿਵੇਂ ਬਦਨਾਮ ਕੀਤਾ ਜਾਏ, ਕਿਵੇਂ ਇਹਨੂੰ ਖਰਾਬ ਕੀਤਾ ਜਾਏ, ਉਹ ਸਾਰੀਆਂ ਗੱਲਾਂ ਦੀ ਪੜਤਾਲ ਕਰਵਾ ਰਹੇ ਹਾਂ ਅਸੀਂ। ਜਿਸ ਤਰ੍ਹਾਂ 26 ਦੇ ਬੰਦ ਨੂੰ ਹੁੰਗਾਰਾ ਮਿਲ ਰਿਹਾ, ਇਸ ਤੋਂ ਬਾਅਦ ਅੱਗੇ ਵੀ, ਕਿਉਂਕਿ 26 ਜਨਵਰੀ ਤੋਂ ਬਾਅਦ ਕੋਈ ਵੀ ਮੀਟਿੰਗ ਸਰਕਾਰ ਦੇ ਨਾਲ ਹੋ ਨਹੀਂ ਪਾ ਰਹੀ ਹੈ ਤੇ ਸਰਕਾਰ ਵੀ ਇੱਕਦਮ ਚੁੱਪ ਹੋ ਗਈ ਹੈ ਤੇ ਕਿਸਾਨਾਂ ਵੱਲੋਂ ਅੱਜ ਪਹਿਲਾਂ ਉਸ ਤੋਂ ਬਾਅਦ ਜਿਹੜਾ ਕਹਿ ਦਈਏ ਕਿ ਸ਼ਕਤੀ ਪ੍ਰਦਰਸ਼ਨ ਕੀਤਾ ਜਾ ਰਿਹਾ, ਇਸ ਤੋਂ ਬਾਅਦ ਅੱਗੇ ਵੀ ਕੋਈ ਪ੍ਰੋਗਰਾਮ ਉਲੀਕੇ ਜਾਣਗੇ? ਨਹੀਂ, ਪ੍ਰੋਗਰਾਮ ਤੇ ਉਲੀਕੀ ਦੇ ਰਹਿਣੇ ਆ। ਪ੍ਰੋਗਰਾਮ ਤੁਹਾਨੂੰ ਪਤਾ ਲੱਗ ਗਿਆ ਹੋਣਾ ਕਿ 5 ਤਰੀਕ ਨੂੰ FCI ਦੇ ਦਫ਼ਤਰਾਂ ਦਾ ਘਿਰਾਓ ਆ ਪੂਰੇ ਭਾਰਤ ਦੇ ਅੰਦਰ। ਉਹ ਵੀ ਇਸੇ ਨਾਲ ਮਤਲਬ ਖੇਤੀ ਸੈਕਟਰ ਨਾਲ ਜੁੜਿਆ ਮਾਮਲਾ ਹੈ। ਤੋ ਜਿਹੜੀ ਤੁਸੀਂ ਗੱਲ ਕਰਦੇ ਹੋ ਕਿ ਮੀਟਿੰਗ ਨਹੀਂ ਹੋ ਰਹੀ ਸਰਕਾਰ ਵੱਲੋਂ, ਉਹ ਤੇ ਤੁਸੀਂ ਹਾਲਾਤ ਨਹੀਂ ਦੇਖ ਰਹੇ ਤੁਸੀਂ ਕਿ ਜਿਵੇਂ ਜਿਵੇਂ ਅੰਦੋਲਨ ਫੈਲ ਰਿਹਾ ਹੈ
ਬਾਹਰਲੀਆਂ ਸਟੇਟਾਂ ਵੱਲ ਨੂੰ ਜਿਵੇਂ ਜਿਵੇਂ ਅੰਦੋਲਨ ਵੱਧ ਰਿਹਾ ਹੈ, ਉਸੇ ਤਰ੍ਹਾਂ ਸਰਕਾਰ ਨੂੰ ਅੰਦਰ ਮਤਲਬ ਫਿਕਰ ਖੜਾ ਹੋ ਰਿਹਾ ਹੈ। ਔਰ ਇੱਕ ਦਿਨ ਤੁਸੀਂ ਦੇਖੋਗੇ, ਵਾਹਿਗੁਰੂ ਕਿਰਪਾ ਕਰੇ, ਜਿਸ ਤਰ੍ਹਾਂ ਦਾ ਅੰਦੋਲਨ ਚੱਲ ਰਿਹਾ ਹੈ, ਜਿਸ ਤਰ੍ਹਾਂ ਦੇ ਸਾਡੇ ਲੋਕ ਸਿਆਣਪ ਦੇ ਨਾਲ ਇਹਨੂੰ ਮਤਲਬ ਚਲਾ ਰਹੇ ਨੇ, ਜਾਂ ਬਾਹਰਲੀਆਂ ਸੰਗਤਾਂ ਜਿਹੜੀਆਂ ਦਾ ਇਸ ਅੰਦੋਲਨ ਨਾਲ ਕੋਈ ਵਾਸਤਾ ਨਹੀਂ, ਜਿਨ੍ਹਾਂ ਦਾ ਜ਼ਮੀਨ ਨਾਲ ਕੋਈ ਵਾਸਤਾ ਨਹੀਂ, ਉਹ ਇਹਨੂੰ ਆਪ ਦਾ ਮੰਨ ਕੇ ਜਿਵੇਂ ਮਤਲਬ ਇਹਦੇ ਵਿੱਚ ਮਤਲਬ ਪਾਰਟਿਸਿਪੇਟ ਕਰ ਰਹੀਆਂ। ਸਰਕਾਰ ਨੂੰ ਝੁਕਣਾ ਪਏਗਾ ਔਰ ਬਹੁਤ ਜਲਦੀ ਮਤਲਬ ਸਰਕਾਰ ਦੇ ਵਿੱਚ ਅੰਦਰ ਜਿਵੇਂ ਬੀਜੇਪੀ ਦੇ ਅੰਦਰ ਖਲਬਲੀ ਮੱਚੀ ਹੈ, ਉਹ ਜ਼ਰੂਰ ਮਤਲਬ ਸਿੱਟਾ ਲੈ ਕੇ ਆਏਗੀ। ਇਸ ਦਾ ਕੋਈ ਦੋ ਰਾਏ ਨਹੀਂ ਕਿ ਹੁਣ ਇਹ ਕਿਸਾਨ ਅੰਦੋਲਨ ਨਹੀਂ ਰਿਹਾ, ਜਨ ਅੰਦੋਲਨ ਹੋ ਚੁੱਕਿਆ। ਹਰੇਕ ਵਰਗ ਇਸ ਅੰਦੋਲਨ ਦੇ ਨਾਲ ਜੁੜ ਗਿਆ, ਚਾਹੇ ਉਹ ਵਪਾਰੀ ਵਰਗ ਹੋਵੇ, ਚਾਹੇ ਉਹ ਗਵਰਨਮੈਂਟ ਸੈਕਟਰ ਦੇ ਲੋਕ ਹੋਣ, ਉਹ ਅੱਜ ਕਿਸਾਨ ਦਾ ਦਰਦ ਸਮਝ ਰਹੇ ਹਨ ਔਰ ਕਿਸਾਨ ਦੇ ਨਾਲ ਜੁੜੇ ਹੋਏ ਹਨ। ਤਾਂ ਹੀ ਆਪਾਂ ਕਹਿ ਲਈਏ ਕਿ ਇੰਨੇ ਵੱਡੇ ਅੰਦੋਲਨ ਦੇ ਵਿੱਚ ਐਡੀ ਸ਼ਮੂਲੀਅਤ ਦੇ ਨਾਲ ਲੋਕ ਚੱਲ ਰਹੇ ਹਨ ਔਰ ਅੱਜ ਤੱਕ ਤੁਸੀਂ ਜਿਵੇਂ ਕਹਿ ਹੀ ਰਹੇ ਸੀ, ਕਿਸੇ ਕਿਸਾਨ ਨੇ ਕੋਈ ਗਲਤੀ ਨਹੀਂ ਕੀਤੀ ਔਰ ਵਾਕਈ ਇਸ ਗੱਲ ਨੂੰ ਅਸੀਂ ਵੀ ਮੰਨਦੇ ਹਾਂ, ਸਾਰਾ ਵਿਸ਼ਵ ਦੇਖਦਾ ਇਸ ਗੱਲ ਨੂੰ ਵੀ ਕਿਸਾਨਾਂ ਵੱਲੋਂ ਕਿਸੇ ਦਾ ਰੱਤੀ ਭਰ ਨੁਕਸਾਨ ਨਹੀਂ ਕੀਤਾ ਗਿਆ, ਬਿਲਕੁਲ ਸ਼ਾਂਤਮਈ ਤਰੀਕੇ ਦੇ ਨਾਲ ਇਸ ਅੰਦੋਲਨ ਨੂੰ ਕੀਤਾ ਜਾ ਰਿਹਾ। ਪਰ ਹੁਣ ਇਹ ਨਹੀਂ ਮਹਿਸੂਸ ਹੁੰਦਾ ਕਿਤੇ ਨਾ ਕਿਤੇ ਵੀ ਸਰਕਾਰ ਨੂੰ ਹੁਣ ਥੋੜਾ ਜਿਹਾ ਦੱਸਣਾ ਵੀ ਪਊਗਾ ਕਿ ਕਿਸਾਨ ਹਮੇਸ਼ਾ ਹੀ ਚੁੱਪ ਕਰਕੇ ਨਹੀਂ ਬੈਠੂਗਾ, ਜੇਕਰ ਉਹਦੇ ਹੱਕ ਨਹੀਂ ਮਿਲਣਗੇ ਤਾਂ ਉਹ ਕਿੰਨੀ ਲੰਬਾ ਸਮਾਂ ਇੰਤਜ਼ਾਰ ਕਰੂਗਾ। ਸਬਰ ਦਾ ਫਲ ਇੱਕ ਨਾ ਇੱਕ ਦਿਨ ਤਾਂ ਝਲਕਦਾ ਹੀ ਹੈ। ਦੇਖੋ ਮੈਂ ਦੱਸਦਾ, ਅੰਦੋਲਨ ਨੂੰ ਸਭ ਤੋਂ ਪਹਿਲਾਂ ਇਹ ਜ਼ਰੂਰੀ ਹੈ ਕਿ ਅੰਦੋਲਨ ਹੈ ਕਿਹਦੇ ਨਾਲ। ਸਾਡਾ ਅੰਦੋਲਨ ਹੈ ਜਿੱਥੇ ਕਾਨੂੰਨ ਬਣਾਏ ਨੇ ਸਾਡੀ ਪਾਰਲੀਮੈਂਟ ਨੇ, ਰੱਦ ਵੀ ਹੋਣੇ ਆ ਪਾਰਲੀਮੈਂਟ ਦੇ ਵਿੱਚ, ਇਸੇ ਸਰਕਾਰ ਨੇ ਬਣਾਏ ਨੇ ਔਰ ਇਸੇ ਸਰਕਾਰ ਨੇ ਰੱਦ ਕਰਨੇ ਆ। ਬਟ ਇਹਨਾਂ ਕਾਨੂੰਨਾਂ ਦੇ ਉੱਤੇ ਮਗਰ ਪ੍ਰੈਸ਼ਰ ਕਿਹਦਾ ਹੈ, ਉਹ ਪ੍ਰੈਸ਼ਰ ਨੂੰ ਅਸੀਂ ਕਮਜ਼ੋਰ ਕਿਵੇਂ ਕਰ ਸਕਦੇ ਹਾਂ। ਜਿਸ ਤਰ੍ਹਾਂ ਗੈਟ ਦਾ ਪ੍ਰੈਸ਼ਰ ਬਣਿਆ ਹੋਇਆ ਹੈ, WTO ਦਾ ਪ੍ਰੈਸ਼ਰ ਬਣਿਆ ਹੋਇਆ ਹੈ, ਤਾਂ ਇਹ ਇੱਕ ਮਤਲਬ ਸੀਰੀਅਸ ਇਸ਼ੂ ਹੈ। ਬਹੁਤ ਸਮਝਦਾਰੀ ਨਾਲ ਇਹ ਅੰਦੋਲਨ ਲੜਨ ਵਾਲਾ ਅੰਦੋਲਨ ਹੈ। ਇਹਨੂੰ ਜਿੱਤਣ ਲਈ ਸਾਨੂੰ ਲੰਬੀ ਲੜਾਈ ਲੜਨ ਦਾ ਪਹਿਲਾਂ ਹੀ ਅਸੀਂ 6-6 ਮਹੀਨਿਆਂ ਦਾ ਰਾਸ਼ਨ ਐਵੇਂ ਤਾਂ ਨਹੀਂ ਲੈ ਕੇ ਆਏ ਸੀ, ਸਾਨੂੰ ਪਹਿਲਾਂ ਹੀ ਪਤਾ ਸੀ ਵੀ ਇਹ ਲੰਮਾ ਚੱਲਣਾ ਹੈ, ਕਿਉਂਕਿ ਅਸੀਂ ਸਮਝਦੇ ਹਾਂ ਗੈਟ ਨਾਲ ਲੜਾਈ ਹੈ। ਜਦੋਂ ਗੈਟ ਨਾਲ ਲੜਾਈ ਹੈ ਨਾ, ਇੱਕ ਬਹੁਤ ਵੱਡਾ ਵਰਲਡ ਲੈਵਲ ਦਾ ਹੋਇਆ ਸਮਝੌਤਾ, ਜਿਹਨੂੰ ਤੋੜਨ ਦੀ ਗੱਲ ਕਰ ਰਹੇ, ਮੈਨੂੰ ਤੋੜੋ ਦੇ ਬਾਹਰ ਆਓ, ਔਰ ਉਹਦੀ ਲੜਾਈ ਅੱਜ ਕਾਨੂੰਨ ਰੱਦ ਹੋਣਗੇ, 100% ਰੱਦ ਹੋਣਗੇ। ਕੱਲ੍ਹ ਨੂੰ ਸਰਕਾਰ ਕੋਈ ਵੀ ਬਣ ਜੇ, ਸਾਡੇ ਲੋਕਾਂ ਦੇ ਮਨਾਂ 'ਚ ਭਾਵਨਾ ਜੀ ਹੈ ਨਾ, ਇੱਕ ਲੋਕਾਂ ਨੂੰ ਵੀ ਸ਼ਾਇਦ ਕੇਜਰੀਵਾਲ ਆ ਜੇ ਤਾਂ ਬਹੁਤ ਕੁਝ ਕਰ ਦੂਗਾ। ਅਗਰ ਕੇਜਰੀਵਾਲ ਵੀ ਆ ਜੇ ਤਦ ਵੀ ਅਜਿਹੇ ਹੋਰ ਰੂਪਾਂ ਦੇ ਵਿੱਚ ਕਾਨੂੰਨ ਬਣ ਕੇ ਲੋਕਾਂ ਵਾਸਤੇ ਲਾਗੂ ਹੋਣਗੇ, ਜਿੰਨਾ ਚਿਰ ਗੈਟ 'ਚੋਂ ਭਾਰਤ ਬਾਹਰ ਨਹੀਂ ਆਉਂਦਾ। ਸੋ ਇਸ ਲਈ ਅੱਜ ਕਾਨੂੰਨ ਨੂੰ ਰੱਦ ਕਰਾਉਣ ਲਈ ਅਸੀਂ ਪਾਰਲੀਮੈਂਟ ਨੂੰ ਪ੍ਰੈਸ਼ਰਾਈਜ਼ ਕਰ ਰਹੇ ਹਾਂ। ਕਿਸ ਤਰੀਕੇ ਦੇ ਨਾਲ ਕਿ ਬਾਹਰਲੀਆਂ ਸਟੇਟਾਂ ਦੇ ਵਿੱਚ ਅੰਦੋਲਨ ਫੈਲ ਰਿਹਾ ਹੈ ਔਰ ਬੀਜੇਪੀ ਦੇ ਅੰਦਰ ਮਤਲਬ ਹਲਚਲ ਸ਼ੁਰੂ ਹੋ ਗਈ ਹੈ। ਜੇ ਹਲਚਲ ਸ਼ੁਰੂ ਹੋ ਗਈ ਹੈ, ਸੁਰਜੀਤ ਜਾਨੀ ਦੀ ਮੈਂ ਇੰਟਰਵਿਊ ਕੀਤੀ ਬੀਤੇ ਦਿਨੀ, ਉਹਨਾਂ ਦਾ ਕਹਿਣਾ ਮੈਂ ਤਾਂ 2 ਮਿੰਟ 'ਚ ਹੱਲ ਕਰ ਦੂੰਗਾ, ਕਹਿੰਦੇ ਕਿਸਾਨ ਹੀ ਨਹੀਂ ਹੱਲ ਕਰਦੇ। ਅਸੀਂ ਤਾਂ 90% ਕਲੀਅਰ ਕਰਤਾ ਵੀ ਆਓ ਤੇ ਇੱਥੇ ਲਿਖ ਦਿਓ ਕੀ ਲਿਖਣਾ। ਫਿਰ ਅਸੀਂ ਸਵਾਲ ਕੀਤਾ ਕਿ ਤੁਸੀਂ ਫਿਰ ਰੱਦ ਕਿਉਂ ਨਹੀਂ ਕਰਦੇ, ਉਹ ਕਹਿੰਦੇ ਰੱਦ ਕਰਨਾ ਸੌਖਾ ਨਹੀਂ ਹੈ। ਕਹਿੰਦੇ ਕਿਸਾਨ ਜਥੇਬੰਦੀਆਂ ਦੇ ਆਗੂ ਵੀ ਇਸ ਗੱਲ ਨੂੰ ਸਮਝਦੇ ਆ ਵੀ ਰੱਦ ਕਰਨਾ ਸੌਖਾ ਨਹੀਂ ਪਿਆ, ਕਿਉਂਕਿ ਇੱਕ ਕਾਨੂੰਨ ਬਣ ਗਿਆ, ਉਹਨੂੰ ਕਾਨੂੰਨ ਦੇ ਤਰੀਕੇ ਨਾਲ ਰੱਦ ਕੀਤਾ ਜਾ ਸਕਦਾ। ਜਾਂ ਫਿਰ ਉਹਨਾਂ ਦੇ ਕਿਤੇ ਨਾ ਕਿਤੇ ਇਹ ਡਰ ਵੀ ਹੋ ਸਕਦਾ ਵੀ ਕੱਲ੍ਹ ਨੂੰ 370 ਵਾਲੇ ਵੀ ਆ ਜਾਣਗੇ, ਕੱਲ੍ਹ ਨੂੰ 3 ਤਲਾਕ ਵਾਲੇ ਵੀ ਆ ਜਾਣਗੇ, ਕੱਲ੍ਹ ਨੂੰ ਜਿਹੜਾ ਹੈ ਹੋਰ ਜਿਹੜੇ ਸਮੱਸਿਆਵਾਂ ਨੇ ਉਹ ਸਾਰੇ ਆ ਕੇ ਦਿੱਲੀ ਘੇਰ ਲੈਣਗੇ, ਕਿਸਾਨਾਂ ਤੋਂ ਉਹਨਾਂ ਨੂੰ ਸੇਧ ਮਿਲ ਜੂ। ਅਸੀਂ ਬਹੁਤ ਵਾਰੀ ਇਹ ਗੱਲ ਕੀਤੀ ਹੈ, ਇੱਕ ਵਾਰੀ ਨਹੀਂ ਕੀਤੀ, ਅਸੀਂ ਬਹੁਤ ਵਾਰੀ ਕੀਤੀ ਹੈ ਕਿ ਜਿੰਨਾ ਤੁਸੀਂ ਲੋਕਾਂ ਦੇ ਉੱਤੇ ਜ਼ੁਲਮ ਢਾਉਣ ਵਾਸਤੇ ਜਿੰਨੇ ਕਾਨੂੰਨ ਬਣਾਏ ਨੇ, ਤੁਸੀਂ ਇੱਕੋ ਹੀ ਰਸਤੇ ਤੇ ਤੁਰ ਪਏ ਕਿ ਦੇਸ਼ ਨੂੰ ਕਿਵੇਂ ਵੇਚਣਾ ਹੈ, ਕਿਵੇਂ ਗੁਲਾਮ ਕਰਨਾ ਹੈ, ਕਿਵੇਂ ਬਰਬਾਦ ਕਰਨਾ ਹੈ। ਹੁਣ ਇੱਥੇ ਕਿਤੇ ਨਾ ਕਿਤੇ ਜਦੋਂ ਅਵੇਅਰਨੈਸ ਆਉਂਦੀ ਹੈ, ਲੋਕਾਂ ਦੇ ਵਿੱਚ ਜਾਗਰਤੀ ਆਉਂਦੀ ਹੈ, ਜਦੋਂ ਚਿੰਗਾੜੀ ਫੁੱਟਦੀ ਹੈ, ਇੱਕ ਚਿੰਗਾੜੀ ਹੁੰਦੀ ਹੈ ਨਾ, ਉਹ ਹੌਲੀ ਮਤਲਬ ਭਾਂਬੜ ਬਣ ਜਾਂਦੀ ਹੈ। ਅੱਜ ਇਹਨੂੰ ਸਰਕਾਰ ਨੂੰ ਚਾਹੀਦਾ ਸੀਗਾ, ਜਦੋਂ ਕਿਸਾਨ ਅੰਦੋਲਨ ਕਰ ਰਹੇ ਸੀ, ਫਟਾਫਟ ਇਹਨੂੰ ਇੱਥੇ ਹੀ ਸੰਭਾਲ ਜਾਂਦੇ, ਨਹੀਂ ਸੰਭਾਲ ਸਕੇ। ਜਨ ਅੰਦੋਲਨ ਬਣ ਗਿਆ, ਬਹੁਤ ਵਰਲਡ ਦੇ ਵਿੱਚ ਫੈਲ ਗਿਆ। ਅੱਜ ਹੋਰ ਇਹ ਤੇ ਅਸੀਂ ਰੋਕ ਨਹੀਂ ਸਕਦੇਗੇ, ਇਹ ਰੱਦ ਕੀਤੇ ਬਗੈਰ ਸਾਡਾ ਜੀਵਨ ਨਹੀਂ ਜਿਉਂ ਸਕਦੇ, ਅਸੀਂ ਲੋਕ ਰੋਟੀ ਨਹੀਂ ਖਾ ਸਕਦੇ ਇਹ ਕਾਨੂੰਨ ਰੱਦ ਕੀਤੇ ਬਿਨਾਂ। ਅਸੀਂ ਤਾਂ ਰੱਦ ਕਰਵਾਉਣਾ ਸਾਡੀ ਮਜਬੂਰੀ ਹੈ, ਸਾਡੀ ਲੋੜ ਹੈ, ਇਹ ਰੱਦ ਕਰਨੇ ਹੀ ਪੈਣਗੇ। ਹੋਰ ਕੌਣ ਉੱਠਦਾ ਹੈ, ਇਹ ਸਰਕਾਰ ਦੇਖੇ। ਹੋਰ ਕਿੰਨੇ ਲੋਕ ਕਾਨੂੰਨ ਰੱਦ ਕਰਾਉਣ ਲਈ ਉੱਠਦੇ, ਸਰਕਾਰ ਨੂੰ ਪਹਿਲਾਂ ਹੀ ਫਿਕਰ ਹੋਣਾ ਚਾਹੀਦਾ ਨਾ। ਅਸੀਂ ਉਹ ਕਾਨੂੰਨ ਬਣਾ ਕਿਉਂ ਰਹੇ ਹਾਂ ਜਿਹੜੇ ਲੋਕਾਂ ਦੇ ਜਨ ਜੀਵਨ ਨੂੰ ਪ੍ਰਭਾਵਿਤ ਕਰਦੇ, ਕਿਉਂ ਉਹਨਾਂ ਕਾਨੂੰਨਾਂ ਨੂੰ ਬਣਾ ਰਹੇ ਅਸੀਂ? ਮਤਲਬ ਲੋੜ ਹੀ ਨਹੀਂ ਸੀ ਬਣਾਉਣ। ਦੇਖੋ ਕਿਉਂ ਕੰਮ ਕਰ ਰਹੇ ਹਨ। ਸਰਕਾਰਾਂ ਹਮੇਸ਼ਾ ਲੋਕਤੰਤਰਕ ਹੈ, ਸਾਡਾ ਦੇਸ਼ ਲੋਕਤੰਤਰ ਹੈ। ਲੋਕਤੰਤਰ ਦੇ ਅੰਦਰ ਪਬਲਿਕ ਦੀ ਸਰਕਾਰ ਪਬਲਿਕ ਦੇ ਲਈ ਤੇ ਪਬਲਿਕ ਦੇ ਦੁਆਰਾ ਬਣਾਈ ਜਾਂਦੀ ਹੈ। ਔਰ ਉਹ ਸਰਕਾਰ ਅੱਜ ਪਬਲਿਕ ਨੂੰ ਤਾਂ ਮਤਲਬ ਦਰਕਿਨਾਰ ਕਰਕੇ ਕਿ ਤੁਹਾਡੇ ਤੇ ਆ ਵੀ ਲਾਗੂ ਕਰਤਾ, ਤੁਹਾਡੇ ਤੇ ਆ ਵੀ ਲਾਗੂ ਕਰਤਾ, ਤੁਹਾਡੇ ਤੇ ਆ ਵੀ ਲਾਗੂ ਕਰਤਾ, ਤੁਹਾਨੂੰ ਆ ਵੀ ਕਾਨੂੰਨ ਬਣਾਤਾ, ਤੁਹਾਨੂੰ ਆ ਵੀ ਕਾਨੂੰਨ ਬਣਾਤਾ, ਤੁਸੀਂ ਰੋਟੀ ਵੀ ਨਹੀਂ ਖਾ ਸਕਦੇ, ਤੁਸੀਂ ਮਜ਼ਦੂਰ ਬਣੋ ਤੇ ਅਡਾਨੀਆਂ ਬਾਨੀਆਂ ਦੇ ਥੱਲੇ ਲੱਗੋ। ਇਹੋ ਜਿਹੇ ਕਾਨੂੰਨ ਲੈ ਕੇ ਆਏਗੀ ਸਰਕਾਰ, ਤਾਂ ਲੋਕ ਤੇ ਵਿਰੋਧ ਕਰਨਗੇ, ਉਸ ਵਿਰੋਧ ਦਾ ਸਾਹਮਣਾ ਫਿਰ ਕਰਨਾ ਪਏਗਾ। ਸੋ ਅਖੀਰਲਾ ਹੀ ਸਵਾਲ ਹੈ ਜੀ, ਕਿਉਂਕਿ ਤੁਸੀਂ ਵੀ ਜਲਦੀ ਚੋਂ ਇਹੀ ਪੁੱਛਣਾ ਚਾਹੁੰਦਾ ਕਿ ਇਸ ਦੇ ਵਿੱਚ ਹੁਣ ਹੋਰ ਕੋਈ ਅਗਲੀ ਮੀਟਿੰਗ ਮਿਲੂਗੀ, ਜੇ ਮਿਲਦੀ ਹੈ ਤੇ ਕਿਸਾਨ ਜਥੇਬੰਦੀਆਂ ਉੱਥੇ ਪਹੁੰਚਣਗੀਆਂ? ਦੇਖੋ ਮੀਟਿੰਗ ਤੇ ਸਰਕਾਰ ਤੇ ਡਿਪੈਂਡ ਕਰਦੀ ਹੁੰਦੀ ਹੈ, ਲੇਕਿਨ ਜਿਸ ਤਰ੍ਹਾਂ ਦੀ ਸਰਕਾਰ ਦੇ ਅੰਦਰ ਬੀਜੇਪੀ ਦੇ ਅੰਦਰ ਹਲਚਲ ਬਣੀ ਹੈ, ਇਹ ਜ਼ਰੂਰ ਇੱਕ ਸੰਕੇਤ ਦੇ ਰਹੀ ਹੈ ਕਿ
ਨਹੀਂ ਹਲਚਲ ਨਹੀਂ ਛੇਤੀ ਮੀਟਿੰਗ ਕਰਨਗੇ, ਨਹੀਂ ਕਿਸਾਨਾਂ ਦਾ ਹੱਲ ਕਰਨਗੇ, ਤਾਂ ਫਿਰ ਬੀਜੇਪੀ ਇਹ ਮਹਿਸੂਸ ਕਰ ਲੇ ਔਰ ਸਿਆਣੀ ਲੀਡਰਸ਼ਿਪ ਮਹਿਸੂਸ ਕਰ ਵੀ ਰਹੀ ਹੈ ਕਿ ਅਗਰ ਕਿਸਾਨਾਂ ਦਾ ਮਸਲਾ ਹੱਲ ਕਰਨ ਦੇ ਵਿੱਚ ਅਸੀਂ ਦੇਰੀ ਕਰਾਂਗੇ ਤਾਂ ਨੁਕਸਾਨ ਬੀਜੇਪੀ ਨੂੰ ਵੱਡਾ ਉਠਾਉਣਾ ਪਊਗਾ। ਜੀ ਕਿਸਾਨ ਕੋਈ ਆਪਣੀ ਪਾਰਟੀ ਵੀ ਬਣਾ ਸਕਦੇ ਆ? ਨਹੀਂ, ਇਹ ਐਸਾ ਕੋਈ ਪ੍ਰੋਗਰਾਮ ਨਹੀਂ ਹੈ। ਪਾਰਟੀਆਂ ਬਣਾ ਕੇ ਥੋੜੀ ਮਤਲਬ ਅਸੀਂ ਤੇ ਦੇਖੋ ਅਸੀਂ ਕੀ ਕਰਨਾ ਹੈ। ਮੈਂ ਤੁਹਾਨੂੰ ਸੱਚਾਈ ਦੱਸਦਾ, ਮੈਂ ਕਿਸੇ ਦੀ ਗੱਲ ਨਹੀਂ ਕਰਦਾਗਾ। ਆਹ ਜਿਹੜਾ ਸੰਯੁਕਤ ਮੋਰਚੇ ਦੇ ਵਿੱਚ ਦਾਸ ਖੜਾ ਹੈ, ਜ਼ਿੰਦਗੀ ਦੇ ਵਿੱਚ ਨਾ ਮੈਂ ਮੈਂਬਰ ਦੀ ਇਲੈਕਸ਼ਨ ਨਹੀਂ ਲੜਿਆ ਤੇ ਐਮਐਲਏ ਐਮਪੀ ਦੀ ਇਲੈਕਸ਼ਨ ਲੜਨੀ ਤਾਂ ਬਹੁਤ ਵੱਡੀ ਗੱਲ ਹੈ। ਅਗਲੀ ਗੱਲ ਹੈ, ਸਾਨੂੰ ਪਤਾ ਕਿ ਪ੍ਰੈਸ਼ਰ ਗਰੁੱਪ ਹੈ ਜਿਹੜਾ, ਜੋ ਕੰਮ ਪ੍ਰੈਸ਼ਰ ਗਰੁੱਪ ਕਰ ਸਕਦਾ ਹੈ ਉਹ ਐਮਐਲਏ ਐਮਪੀ ਬਣ ਕੇ ਨਹੀਂ ਕੀਤਾ ਜਾ ਸਕਦਾ। ਆਪਦੇ ਲੋਕਾਂ ਨੂੰ ਜੇਕਰ ਬਚਾਉਣਾ ਹੈ, ਅਗਰ ਇਹਨਾਂ ਦੀ ਲੜਾਈ ਲੜਨੀ ਆ, ਅਗਰ ਦੇਸ਼ ਨੂੰ ਗੈਟ ਚੋਂ ਬਾਹਰ ਕੱਢਣਾ ਹੈ, ਅਗਰ ਦੇਸ਼ ਨੂੰ ਆਜ਼ਾਦ ਰੱਖਣਾ ਹੈ ਤੇ ਬਸ ਵੱਡਾ ਪ੍ਰੈਸ਼ਰ ਗਰੁੱਪ ਬਣਾਉਣ ਦੀ ਲੋੜ ਆ। ਉਹਦੇ ਵਾਸਤੇ ਅਸੀਂ ਯਤਨਸ਼ੀਲ ਉਹ ਬਣਾ ਰਹੇ ਹਾਂ। ਜੀ ਬਹੁਤ ਬਹੁਤ ਸ਼ੁਕਰੀਆ ਜੀ। ਸੋ ਤੁਸੀਂ ਦੇਖਿਆ ਸਿੱਧੇ ਤੌਰ ਤੇ ਕਿਹਾ ਗਿਆ ਕਿ ਇੱਥੇ ਅਸੀਂ ਐਮਐਲਏ ਐਮਪੀ ਨਹੀਂ ਬਣਨਾ, ਬਲਕਿ ਆਪਣੇ ਲੋਕਾਂ ਨੂੰ, ਆਪਣੇ ਕਿਸਾਨਾਂ ਨੂੰ ਬਚਾਉਣ ਦੇ ਲਈ ਸੰਘਰਸ਼ ਕਰਨਾ ਤੇ ਪ੍ਰੈਸ਼ਰ ਕ੍ਰੀਏਟ ਕਰਨਾ ਤੇ ਜਲਦ ਹੀ ਸਰਕਾਰ ਦੇ ਵਿੱਚ ਹਲਚਲ ਮਚੀ ਹੈ ਤੇ ਜਲਦ ਹੀ ਇਸ ਹਲਚਲ ਦਾ ਨਤੀਜਾ ਸਾਹਮਣੇ ਆਏਗਾ ਔਰ ਕਿਸਾਨਾਂ ਦੇ ਖਿਲਾਫ ਜਿਹੜੇ ਕਾਨੂੰਨ ਲਾਗੂ ਕੀਤੇ ਗਏ ਆ ਉਹ ਕਾਨੂੰਨ ਜਲਦ ਹੀ ਸਰਕਾਰ ਰੱਦ ਕਰੇਗੀ। ਸੋ ਇਹ ਤੁਸੀਂ ਸਾਰੀ ਗੱਲਾਂ ਸੁਣ ਰਹੇ ਸੀਗੇ। ਕੈਮਰਾਮੈਨ ਸੰਦੀਪ ਸਿੰਘ ਦੇ ਨਾਲ ਅਨੁਰਾਗ ਸ਼ਰਮਾ, ਸਿੰਘੂ ਬਾਰਡਰ, ਦਿੱਲੀ ਤੋਂ।